श्री वाहिगुरु साहिब जी। एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। दीनन की प्रतिपाल करे नित संत उबार गनी मन गारै। पछ पशु नग नाग नरादप सर्ब समय सबको प्रतिपारै। ओखत है जल में थल में पल में पल के नहीं कर्म विचारै। दयाल दया निध दुखन देखत है पर देत न हारै। ऊच रहै शास्त्र खाट पिंग गिरन चढ़ जाए। आंध लखै बदर सुनै जो काल कृपा कराए। मत समत तेरै वस स्वामी हम जंत तुम पुरख जंतैनी। जन नानक के प्रभ करते स्वामी ज्यों भावै तिवै बुलैनी। कहा बुद्ध प्रभ तुच्छ हमारी बरन सकै महिमा जो तिहारी। हम न सकत कर सिफत तुम्हारी आप ले हो तुम कथा सुधारी। हम न सकत कर सिफत तुम्हारी आप ले हो तुम कथा सुधारी। सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾ ਹਉਮੈ ਕਹੈ ਨਾ ਕੋਏ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾ ਹਉਮੈ ਕਹੈ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਵਿੱਤਰ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਤ ਸੰਗਤ ਜੀ ਭਾਵਨਾ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਜਪਜੀ ਸਾਹਿਬ ਜੋ ਬਾਣੀ ਹੈ, ਤੇ ਇਸ ਪਵਿੱਤਰ ਬਾਣੀ ਦੀ ਸਾਧ ਸੰਗਤ ਜੀ ਵਿਚਾਰ ਚੱਲ ਰਹੀ ਹੈ। ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ। ਔਰ ਜਗਤ ਅੰਦਰ ਜੀਵਾਂ ਦੇ ਭਲੇ ਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਲਿਆਣਕਾਰੀ ਪਵਿੱਤਰ ਗੁਰਬਾਣੀ ਨੂੰ ਉਚਾਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਨਾਲ ਦੇ ਨਾਲ ਸਮਝਾ ਰਹੇ ਹੈ, ਸਤ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰਕੇ ਸਤ ਸੰਗਤ ਵਿੱਚ ਭਾਵਨਾ ਸਹਿਤ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਸਰਬੱਤ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਿਆਰ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਕਮੀ ਹੋਵਨ ਆਕਾਰ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਚਾਰ ਸਾਧਨਾ ਦੁਆਰਾ ਮਨ ਦੀ ਸੁੱਧੀ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਹਾ, ਹਜੂਰ ਨੇ ਤਿਨਾਂ ਦਾ ਖੰਡਨ ਕਰਦਿਆਂ ਹੋਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਾਹਿਗੁਰੂ ਦਾ ਸਿਮਰਨ ਭਜਨ ਕਰਨ ਦੀ ਮਹਾਨ ਦੱਸਿਆ। ਇਹ ਪਿਛਲੀ ਪੌੜੀ ਦੇ ਅੰਦਰ ਜੋ ਪਹਿਲੀ ਪੌੜੀ ਦੀ ਵਿਚਾਰ ਕੱਲ ਹੋਈ ਸੀ, ਕਹਿਣ ਲੱਗੇ ਹੈ ਮਹਾਰਾਜ ਸੱਚੇ ਪਾਤਸ਼ਾਹ, ਹੈ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਜੇ ਸੁਚਮਤਾ ਦੇ ਦੁਆਰਾ ਵੀ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਦੀ ਸੁੱਚ ਪਵਿੱਤਰਤਾ ਦੁਆਰਾ ਜਾਂ ਮੋਨ ਧਾਰਨ ਕਰਨ ਦੇ ਦੁਆਰਾ ਪਰਮੇਸ਼ਰ ਨਹੀਂ ਮਿਲਦਾ, ਫਿਰ ਵੇਦਾਂ ਸ਼ਾਸਤਰਾਂ ਦੇ ਗਿਆਨ ਦੁਆਰਾ ਜਾਂ ਵਰਤ ਆਦਿਕ ਰੱਖਣ ਦੁਆਰਾ ਜੇ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਮਹਾਰਾਜ ਸੱਚੇ ਪਾਤਸ਼ਾਹ ਕਿਸ ਢੰਗ ਦੇ ਨਾਲ ਪ੍ਰਾਪਤੀ ਹੁੰਦੀ ਹੈ? ਕਿਵੇਂ ਕੂੜ ਦੀ ਭਾਲ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਰਹਿਤ ਹੋਇਆ ਜਾ ਸਕਦਾ ਹੈ? ਕਿਵੇਂ ਸਚਿਆਰ ਹੋਇਆ ਜਾ ਸਕਦਾ ਹੈ ਜੀਵਨ ਕਾਲ ਦੌਰਾਨ? ਤੇ ਹਜੂਰ ਨੇ ਭਜਨ ਕੀਤੇ ਸਨ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤਾਂ ਇਹ ਸਿੱਧੋ ਸਚਿਆਰ ਹੋਇਆ ਜਾ ਸਕਦਾ ਜੇ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਿਆ ਜਾਵੇ। ਹਰ ਇੱਕ ਜੀਵਨ ਦੇ ਅੰਦਰ ਦੁੱਖ ਮਿਲੇ ਭਾਵੇਂ ਸੁੱਖ ਮਿਲੇ, ਪਰਮੇਸ਼ਰ ਦੀ ਰਜ਼ਾ ਨੂੰ ਸਤ ਕਰਕੇ ਮੰਨੇ। ਜਗਤ ਅੰਦਰ ਜੀਵਨ ਦੌਰਾਨ ਭਾਵੇਂ ਥੋੜੀਆਂ ਦਾਤਾਂ ਮਿਲੀਆਂ ਭਾਵੇਂ ਬਹੁਤੀਆਂ ਨੇ, ਪਰਮੇਸ਼ਰ ਦੀ ਰਜ਼ਾ ਜਾਣ ਕੇ ਸਤ ਕਰਕੇ ਮੰਨੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਸਿੱਧੋ ਇਸ ਢੰਗ ਦੁਆਰਾ ਮਨ ਦੀ ਸ਼ੁੱਧੀ ਹੋ ਸਕਦੀ ਹੈ, ਮਨ ਨੂੰ ਪਵਿੱਤਰ ਕੀਤਾ ਜਾ ਸਕਦਾ ਹੈ। ਫਿਰ ਉਹ ਪਵਿੱਤਰ ਮਨ ਵਾਲਾ ਜੀਵ ਸਚਿਆਰ ਹੋ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਸਿੱਧਾਂ ਨੇ ਬੜੀ ਚਲਾਕੀ ਦੇ ਨਾਲ ਕਿਹਾ, ਕਹਿਣ ਲੱਗੇ ਹੈ ਸਤਿਗੁਰੂ ਜੀ, ਉਹ ਪਰਮੇਸ਼ਰ ਦਾ ਹੁਕਮ ਕਿੰਨਾ ਕੁ ਹੈ, ਉਹ ਹੁਕਮ ਦੇ ਬਾਬਤ ਆਪ ਜੀ ਕਥਨ ਕਰਕੇ ਦੱਸੋ। ਕਿੰਨਾ ਕੁ ਹੁਕਮ ਉਹ ਪਰਮੇਸ਼ਰ ਦਾ ਵਰਤਦਾ ਹੈ ਸ੍ਰਿਸ਼ਟੀ ਅੰਦਰ, ਜਗਤ ਅੰਦਰ ਕਿੰਨਾ ਕੁ ਵਰਤਾਰਾ ਵਰਤ ਰਿਹਾ ਹੈ, ਇਸ ਹੁਕਮ ਦੇ ਬਾਬਤ ਆਪ ਜੀ ਕਥਨ ਕਰਕੇ ਦੱਸੋ। ਕਿਉਂਕਿ ਸਿੱਧਾਂ ਦੇ ਮਨ ਦਾ ਭੁਲੇਖਾ ਸੀ, ਜੇ ਹੁਕਮ ਦਾ ਪਤਾ ਲੱਗ ਜਾਵੇਗਾ ਕਿੰਨਾ ਕੁ ਹੁਕਮ ਪਰਮੇਸ਼ਰ ਦਾ ਵਰਤ ਰਿਹਾ, ਤੇ ਹੁਕਮੀ ਦੇ ਬਲ ਦਾ ਆਪੇ ਹੀ ਪਤਾ ਲੱਗ ਜਾਣਾ ਕਿ ਕਿੰਨੀ ਕੁ ਸ਼ਕਤੀ ਹੈ ਹੁਕਮ ਵਰਤਾਉਣ ਵਾਲੇ ਪਰਮੇਸ਼ਰ ਦੇ ਵਿੱਚ। ਪਰ ਇਹ ਅਗਿਆਤ ਸਨ ਇਸ ਗੱਲ ਤੋਂ ਕਿ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਅੰਤਰਜਾਮੀ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਚਲਾਕੀ ਦੁਆਰਾ, ਕਿਸੇ ਵੀ ਯਤਨ ਕਰਨ ਦੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਿਵਾਇਆ ਥੋੜ੍ਹੀ ਜਾ ਸਕਦਾ ਸੀ। ਇਸ ਗੱਲੋਂ ਸਿੱਧ ਸਾਧ ਸੰਗਤ ਜੀ ਅਗਿਆਤ ਸਨ। ਗਰੀਬ ਨਵਾਜ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਤੋਂ ਜਦੋਂ ਇਹ ਸੁਣਿਆ ਤੇ ਹਜੂਰ ਨੇ ਬਚਨ ਕੀਤਾ ਹੈ, ਸਿੱਧੋ ਹੁਕਮ ਨਾ ਕਹਿਆ ਜਾਈ। ਪਰਮੇਸ਼ਰ ਦਾ ਹੁਕਮ ਤੇ ਕਿਹਾ ਹੀ ਨਹੀਂ ਜਾ ਸਕਦਾ, ਕਿਉਂਕਿ ਐਸਾ ਅਮਿਤ ਬਲ ਹੈ ਉਹ ਪਰਮੇਸ਼ਰ ਦੇ ਹੁਕਮ ਦਾ। ਐਸੇ ਬੇਅੰਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਕੌਤਕ ਹਨ, ਬੇਅੰਤ ਉਸ ਪਰਮਾਤਮਾ ਦੇ ਅਚਰਜ ਖੇਡਾਂ ਹਨ ਜੋ ਸਾਰੀਆਂ ਹੁਕਮ ਦੇ ਵਿੱਚ ਹੀ ਵਰਤ ਰਹੀਆਂ ਨੇ। ਕੋਈ ਕਥਨ ਕਰ ਹੀ ਨਹੀਂ ਸਕਦਾ, ਤੇ ਕਿਵੇਂ ਉਹ ਪਰਮਾਤਮਾ ਹੁਕਮੀ ਵਾਹਿਗੁਰੂ ਦੇ ਹੁਕਮ ਨੂੰ ਅਸੀਂ ਕਥਨ ਕਰਕੇ ਦਸੀਏ। ਤੇ ਫਿਰ ਕਹਿੰਦੇ ਹੈ ਮਹਾਰਾਜ, ਜਿੰਨਾ ਕੁ ਕਥਨ ਹੋ ਸਕਦਾ ਓਨਾ ਹੀ ਕਰਕੇ ਦੱਸੋ ਖਾਂ। ਫਿਰ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਜਪ ਸਾਹਿਬ ਪਵਿੱਤਰ ਬਾਣੀ ਦੀ ਦੂਸਰੀ ਪੌੜੀ ਇਹ ਉਚਾਰਨ ਕੀਤੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਹੁਕਮੀ ਹੋਵਨ ਆਕਾਰ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ, ਹੇ ਸਿੱਧੋ,
ਜਗਤ ਅੰਦਰ ਜਿੰਨਾ ਵੀ ਸ੍ਰਿਸ਼ਟੀ ਦਾ ਆਕਾਰ ਬਣਿਆ ਹੈ, ਇਹ ਸਾਰਾ ਪਰਮੇਸ਼ਰ ਦੇ ਹੁਕਮ ਕਰਕੇ ਹੈ, ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਇਹ ਬਚਨ ਕੀਤੇ, ਹੁਕਮੀ ਹੋਵਨ ਆਕਾਰ। ਪਰਮੇਸ਼ਰ ਦਾ ਹੁਕਮ ਹੋਇਆ ਤਾਂ ਹੀ ਸੂਖਸ਼ਮ ਤੱਤਾਂ ਤੋਂ ਇਹ ਸਰੀਰਾਂ ਦੇ ਵੀ ਆਕਾਰ ਬਣੇ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਰ ਖਾਣੀਆਂ ਦੇ ਆਕਾਰ ਬਣੇ ਨੇ। ਤਾਂ ਹੀ ਹਜੂਰ ਕਹਿੰਦੇ ਚਾਰ ਖਾਣੀਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਪੈਦਾ ਕੀਤੇ ਹੋਏ ਵਾਹਿਗੁਰੂ ਦੇ ਜੀਵਾਂ ਦੇ ਆਕਾਰ ਬਣੇ ਨੇ। ਜਿਵੇਂ ਹਜੂਰ ਦੇ ਬਚਨ ਆਉਂਦੇ ਨੇ, ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ। ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ, ਤੇ ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਛੋਟੇ ਛੋਟੇ ਜਿਹੜੇ ਕਿਰਮ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਤਪੁਜ ਧਰਤੀ, ਖਾਣ ਦੇ ਵਿੱਚੋਂ ਪੈਦਾ ਹੋਣ ਵਾਲੇ। ਇਹ ਚਾਰ ਖਾਣੀਆਂ ਦੇ ਵਿੱਚ ਬਣਨ ਵਾਲੇ ਜਿਤਨੇ ਵੀ ਆਕਾਰ ਹੈ ਨਾ ਸ੍ਰਿਸ਼ਟੀ ਦੇ, ਸਭ ਉਹ ਪਰਮਾਤਮਾ ਦੇ ਹੁਕਮ ਵਿੱਚ ਹੀ ਪੈਦਾ ਹੋਏ ਹੈ। ਜਿਤਨਾ ਵੀ ਸ੍ਰਿਸ਼ਟੀ ਦਾ ਆਕਾਰ ਬਣ ਰਿਹਾ ਹੈ, ਉਹ ਭਾਵੇਂ ਜਾਗਰਤ ਦੇ ਅੰਦਰ ਸਾਧ ਸੰਗਤ ਜੀ ਸੂਖਸ਼ਮ ਹਨ, ਭਾਵੇਂ ਸਥੂਲ ਹੈ, ਛੋਟੇ ਤੋਂ ਛੋਟੇ ਆਕਾਰ ਦੇ ਹੈ, ਜਿਨ੍ਹਾਂ ਨੂੰ ਅੱਖਾਂ ਦੇ ਦੁਆਰਾ ਵੀ ਦੇਖਿਆ ਨਹੀਂ ਜਾ ਸਕਦਾ। ਸਾਧ ਸੰਗਤ ਜੀ ਸੂਖਮਦਰਸ਼ੀ ਐਸੇ ਯੰਤਰ ਹੁੰਦੇ ਆ ਜਿਨ੍ਹਾਂ ਦੇ ਨਾਲ ਛੋਟੇ ਛੋਟੇ ਕੀਟਾਣੂ ਨਜ਼ਰ ਆਉਂਦੇ ਹੈ। ਦਹੀਂ ਦੇ ਵਿੱਚ ਵੀ ਇਹ ਸਾਧ ਸੰਗਤ ਜੀ ਸੂਖਮਦਰਸ਼ੀ ਹੈ, ਲੈਂਜ ਦੇ ਦੁਆਰਾ, ਉਹ ਦਰਪਣ ਦੁਆਰਾ ਦੇਖਿਆ ਜਾਵੇ ਤੇ ਛੋਟੇ ਛੋਟੇ ਕਿਰਮ ਨਜ਼ਰ ਆਉਂਦੇ ਆ। ਇਉਂ ਇਤਨੇ ਛੋਟੇ ਆਕਾਰ ਦੇ ਕਿਰਮ ਹਨ, ਛੋਟੇ ਛੋਟੇ ਆਕਾਰਾਂ ਦੇ ਜੀਵ ਹਨ ਜਿਨ੍ਹਾਂ ਨੂੰ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਫਿਰ ਵੱਡੇ ਤੋਂ ਵੱਡੇ ਐਸੇ ਅਥਾਹ ਕਿੰਨੇ ਵੱਡੇ ਵੱਡੇ ਜੀਵ ਹਨ, ਚਾਹੇ ਜੜ ਹਨ ਚਾਹੇ ਚੇਤਨ ਹੈ, ਸਭ ਹੁਕਮ ਕਰਕੇ ਹੀ ਪੈਦਾ ਹੋ ਰਹੇ ਹੈ, ਹੁਕਮ ਕਰਕੇ ਹੀ ਸਾਰਾ ਆਕਾਰ ਬਣ ਰਿਹਾ ਹੈ। ਸੁਮੇਰ ਪਰਬਤ ਵਰਗੇ ਵੱਡੇ ਵੱਡੇ ਪਹਾੜ, ਮੰਦਰਾਚਲ ਪਹਾੜ, ਕਿੰਨੇ ਵੱਡੇ ਵੱਡੇ ਪਹਾੜ ਹਨ ਜਿਨ੍ਹਾਂ ਦੇ ਸਾਧ ਸੰਗਤ ਜੀ ਅੰਤ ਹੀ ਨਹੀਂ ਪੈਂਦਾ। ਇਹ ਜਿਤਨੇ ਵੀ ਤਿੰਨਾਂ ਲੋਕਾਂ ਦੇ ਵਿੱਚ ਰਹਿਣ ਵਾਲੇ ਜੀਵ ਹਨ, ਤਿੰਨਾਂ ਲੋਕਾਂ ਦੇ ਬਣਨ ਵਾਲੇ ਆਕਾਰ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਕਮੀ ਹੋਵਨ ਆਕਾਰ। ਵਾਹਿਗੁਰੂ ਦੇ ਹੁਕਮ ਕਰਕੇ ਹੀ ਸਾਰਾ ਆਕਾਰ ਬਣ ਰਿਹਾ ਹੈ। ਫਿਰ ਸਾਧ ਸੰਗਤ ਜੀ ਦਿਵਯੋ ਪਾਦ, ਜੋ ਬ੍ਰਹਮਾ ਦੇ ਸਾਧ ਸੰਗਤ ਜੀ ਸੰਕਲਪ ਕਰਨੇ ਕਰਕੇ ਜਿਤਨੇ ਵੀ ਦੇਵੀ ਦੇਵਤਿਆਂ ਦੇ ਆਕਾਰ ਬਣੇ ਹੈ, ਜਗਤ ਦੇ ਅੰਦਰ ਜਿੰਨੇ ਵੀ ਸਾਧ ਸੰਗਤ ਜੀ ਦੇਵ ਸੰਗਿਆ ਪੈਦਾ ਹੋਈ, ਉਹ ਵੀ ਪਰਮਾਤਮਾ ਦੇ ਹੁਕਮ ਕਰਕੇ ਹੈ। ਭਾਵ ਜਿਤਨਾ ਵੀ ਕੁਝ ਹੈ, ਜੋ ਕੁਝ ਸੁਣਨ ਦੇ ਵਿੱਚ ਆਉਂਦਾ ਦਿਸਦਾ ਨਹੀਂ, ਜੋ ਦੇਖਣ ਦੇ ਵਿੱਚ ਆਉਂਦਾ ਹੈ, ਸਭ ਕੁਝ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸਾਰਾ ਆਕਾਰ ਬਣਿਆ ਹੈ। ਹੁਕਮ ਨਾ ਕਹਿਆ ਜਾਈ। ਪਰ ਜੇ ਕਹੋ ਕਿ ਪਰਮੇਸ਼ਰ ਦੇ ਹੁਕਮ ਨੂੰ ਕਹਿ ਲਈਏ, ਇਹ ਨਾਮੁਮਕਿਨ ਹੈ। ਇਹ ਸਾਧ ਸੰਗਤ ਜੀ ਦੂਸਰਾ ਅਰਥ ਇਹਦਾ ਇਹ ਵੀ ਬਣਦਾ ਹੈ, ਹੁਕਮੀ ਹੋਵਨ ਆਕਾਰ। ਤਿੰਨ ਜਿਹੜੇ ਦੈਵੀ ਸ਼ਕਤੀਆਂ ਹਨ ਜਿਨ੍ਹਾਂ ਨੂੰ ਜਗਤ ਦੇ ਅਗਿਆਤ ਲੋਕ ਰੱਬ ਮੰਨੀ ਬੈਠੇ ਹਨ। ਕਿਸੇ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ ਕਿ ਬ੍ਰਹਮਾ ਹੀ ਬ੍ਰਹਮ ਸਰੂਪ ਹੈ, ਕਿਉਂਕਿ ਬ੍ਰਹਮਾ ਆਪ ਵੀ ਮਨ ਵਿੱਚ ਹੰਕਾਰ ਕਰਦਾ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨ ਕਿਨਹੋ ਮਾਨਾ। ਕਹਿੰਦਾ ਕਿ ਮੈਂ ਹੀ ਰੱਬ ਹਾਂ। ਪਰ ਹਜੂਰ ਦੇ ਬਚਨ ਆਉਂਦੀ ਹੈ, ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਹੀ ਬ੍ਰਹਮੇ ਪਰਮੇਸ਼ਰ ਨੇ ਜਗਤ ਦੀ ਸ੍ਰਿਸ਼ਟੀ ਕਰਨ ਦੇ ਵਾਸਤੇ ਇਹ ਡਿਊਟੀਆਂ ਵਜੋਂ ਲਗਾਏ ਹੋਏ ਹੈ। ਪਰਮਾਤਮਾ ਨੇ ਜੀਵਾਂ ਦੀ ਘਾੜਤ ਘੜਨ ਦੇ ਵਾਸਤੇ ਇਹ ਬ੍ਰਹਮਿਆਂ ਨੂੰ ਪਰਮੇਸ਼ਰ ਨੇ ਲਾਇਆ ਹੈ। ਫਿਰ ਇੱਕ ਇੱਕ ਰੋਮ ਦੇ ਵਿੱਚ ਸਾਧ ਸੰਗਤ ਜੀ ਕਰੋੜਾਂ ਕਰੋੜਾਂ ਬ੍ਰਹਮੰਡ ਹਨ ਪਰਮਾਤਮਾ ਦੇ ਇੱਕ ਇੱਕ ਰੋਮ ਦੇ ਵਿੱਚ। ਉਹਨਾਂ ਕਰੋੜਾਂ ਬ੍ਰਹਮਾਂਡਾਂ ਦੇ ਜੀਵਾਂ ਦੀ ਘਾੜਤ ਨੂੰ ਘੜਨ ਵਾਲੇ ਇਹ ਬ੍ਰਹਮੇ ਪੈਦਾ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਗਤ ਦੇ ਅਗਿਆਤ ਜੀਵਨ ਜੇ ਉਹਨਾਂ ਨੂੰ ਰੱਬ ਮੰਨਿਆ ਹੈ ਨਾ, ਇਹ ਵੀ ਪਰਮਾਤਮਾ ਦੀ ਸ਼ਕਤੀ ਕਰਕੇ, ਵਾਹਿਗੁਰੂ ਦੇ ਹੁਕਮ ਕਰਕੇ ਇਹਨਾਂ ਦੇ ਵੀ ਆਕਾਰ ਬਣੇ ਹਨ। ਆ ਤੋਂ ਬ੍ਰਹਮਾ ਕਿਹਾ ਜਾਂਦਾ ਹੈ ਤੇ ਕਾਜ ਸਾਧ ਸੰਗਤ ਜੀ ਇਹ ਵਿਸ਼ਨੂੰ ਦਾ ਵਾਚਕ ਹੈ ਤੇ ਰੋ ਜਿਹੜਾ ਹੈ ਰੁਦਰ ਸ਼ਿਵ ਜੀ ਦਾ ਵਾਚਕ ਮੰਨਿਆ ਜਾਂਦਾ ਹੈ। ਆਕਾਰ ਇਹ ਤਿੰਨਾਂ ਦੇਵੀ ਸ਼ਕਤੀਆਂ ਨੂੰ ਜਿਨ੍ਹਾਂ ਨੂੰ ਅਗਿਆਤ ਜੀਵਾਂ ਨੇ ਰੱਬ ਮੰਨਿਆ ਨਾ, ਬ੍ਰਹਮ ਹੀ ਮੰਨੀ ਬੈਠੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਪਰਮਾਤਮਾ ਦੇ ਹੁਕਮ ਕਰਕੇ ਹੀ ਬਣ ਰਹੇ ਹੈ।
ਪਰ ਜੇ ਕਹੋ ਕਿ ਵਾਹਿਗੁਰੂ ਦਾ ਹੁਕਮ ਕਹਿ ਲਵਾਂਗੇ, ਇਹ ਨਹੀਂ ਕਦੇ ਹੋ ਸਕਦਾ। ਐਸਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਹੁਕਮੀ ਹੋਵਨ ਜੀਅ। ਸੰਸਾਰ ਦੇ ਜਿਤਨੇ ਵੀ ਪੈਦਾ ਹੋਣ ਵਾਲੇ ਜੀਵ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਵਾਹਿਗੁਰੂ ਦੇ ਹੁਕਮ ਕਰਕੇ ਹੀ ਹੈ, ਭਾਵੇਂ ਸੂਖਸ਼ਮ ਹਨ ਚਾਹੇ ਸਥੂਲ ਹਨ। ਹੁਕਮ ਮਿਲੈ ਵਡਿਆਈ। ਜਗਤ ਅੰਦਰ ਜੋ ਵੀ ਜੀਵ ਨੂੰ ਵਡਿਆਈ, ਮਾਣ, ਸਤਿਕਾਰ ਮਿਲਦਾ ਵੀ ਪਰਮਾਤਮਾ ਦੇ ਹੁਕਮ ਕਰਕੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਹੁਕਮ ਮਿਲੈ ਵਡਿਆਈ। ਤੇ ਜਗਤ ਅੰਦਰ ਕਿਸੇ ਨੂੰ ਗੁਣਾਂ ਦੀ ਵਡਿਆਈ ਮਿਲ ਜਾਂਦੀ ਹੈ, ਕਿਸੇ ਨੂੰ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਬਹੁਤਾ ਜਗਤ ਦੇ ਜੀਵ ਵਡਿਆਈ ਦਿੰਦੇ ਹੈ। ਗੁਣਾਂ ਕਰਕੇ, ਕਿਸੇ ਨੂੰ ਗਿਆਨ ਕਰਕੇ ਵਡਿਆਈ ਦਿੰਦੇ ਹਨ, ਕਿਸੇ ਨੂੰ ਸੰਸਾਰ ਦੇ ਅੰਦਰ ਚੰਗੇ ਵਿਵਹਾਰ, ਚੰਗੇ ਵਰਤਾਰੇ ਵਿੱਚ ਵਰਤਣੇ ਕਰਕੇ ਵਡਿਆਈ ਦਿੰਦੇ ਹੈ। ਪਰ ਇਹ ਸਭ ਪਰਮੇਸ਼ਰ ਦੇ ਹੁਕਮ ਵਿੱਚ ਹੈ। ਹੁਕਮ ਮਿਲਿਆ ਵਡਿਆਈ। ਜਗਤ ਅੰਦਰ ਬੇਅੰਤ ਪਰਮੇਸ਼ਰ ਦੀਆਂ ਬਖਸ਼ੀਆਂ ਹੋਏ ਜੀਵ ਨੂੰ ਵਡਿਆਈਆਂ ਹਨ। ਕਿੰਨੀ ਇਹ ਵਡਿਆਈ ਪਰਮੇਸ਼ਰ ਨੇ ਬਖਸ਼ੀ ਹੈ ਨਾ ਜੀਵ ਨੂੰ। 84 ਲੱਖ ਜੂਨਾਂ ਵਿੱਚੋਂ ਕੱਢ ਕੇ ਤੇ ਸਾਧ ਸੰਗਤ ਮਾਨਸ ਦੇ ਹੀ ਅਮੋਲਕ ਜੀਵਨ ਦੀ ਦਾਤ ਪਰਮਾਤਮਾ ਨੇ ਬਖਸ਼ੀ। ਇਹ ਵੀ ਕਿਹੜੀ ਛੋਟੀ ਵਡਿਆਈ ਹੈ, ਬਹੁਤ ਵੱਡੀ ਵਡਿਆਈ ਪਰਮਾਤਮਾ ਨੇ ਬਖਸ਼ੀ ਹੈ। 84 ਲੱਖ ਜੂਨਾਂ ਤੋਂ ਕੱਢ ਕਰਕੇ ਹੁਕਮ ਮਿਲਿਆ ਵਡਿਆਈ। ਇਹ ਵੀ ਵਾਹਿਗੁਰੂ ਦੇ ਹੁਕਮ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਡਿਆਈ ਪ੍ਰਾਪਤ ਹੋਈ ਹੈ। ਆਪਣੇ ਬਲ ਦੁਆਰਾ ਥੋੜਾ ਕੋਈ ਜੂਨ ਇਹ ਮਾਨਸ ਜੀਵਨ ਨੂੰ ਪ੍ਰਾਪਤ ਕਰ ਸਕਦਾ ਹੈ। ਪਰਮਾਤਮਾ ਦੇ ਹੁਕਮ ਕਰਕੇ ਹੀ ਸਭ ਵਡਿਆਈਆਂ ਮਿਲਦੀਆਂ ਹਨ। ਹੁਕਮੀ ਉੱਤਮ ਨੀਚ। ਜਗਤ ਅੰਦਰ ਜੇਕਰ ਕੋਈ ਉੱਤਮ ਕਰਮ ਕਰਦਾ ਹੈ ਨਾ, ਉਹ ਵੀ ਪਰਮਾਤਮਾ ਦੇ ਹੁਕਮ ਕਰਕੇ ਹੈ। ਜੇਕਰ ਕੋਈ ਨੀਚ ਕਰਮ ਕਰਦਾ ਹੈ, ਨੀਚ ਭਾਵਨਾ ਵਾਲੇ ਨਖਿੱਧ ਕਰਮ ਕਰਦਾ, ਬੁਰੇ ਕਰਮ ਕਰਦਾ, ਦੁਰਾਚਾਰੀ ਬਣ ਜਾਂਦਾ, ਪਾਪ ਕਰਮ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਵਾਹਿਗੁਰੂ ਦੇ ਹੁਕਮ ਕਰਕੇ ਹੈ। ਹੁਕਮੀ ਉੱਤਮ ਨੀਚ। ਜਿਹੜੇ ਜਗਤ ਦੇ ਅੰਦਰ ਉੱਤਮ ਕਰਮ ਕਰਨ ਵਾਲੇ, ਸ੍ਰੇਸ਼ਟ ਕਰਮ ਕਰਨ ਵਾਲੇ ਉੱਤਮਤਾਈ ਨੂੰ ਪ੍ਰਾਪਤ ਕਰ ਲੈਂਦੇ ਹਨ, ਜੋ ਆਪਣੇ ਆਚਰਣ ਨੂੰ ਉੱਚਾ ਕਰ ਲੈਂਦੇ ਆ, ਉਹਨਾਂ ਨੂੰ ਉੱਤਮ ਕਿਹਾ ਜਾਂਦਾ ਹੈ। ਹਜ਼ੂਰ ਕਹਿੰਦੇ ਹਨ ਇਹ ਵੀ ਪਰਮਾਤਮਾ ਦੇ ਹੁਕਮ ਕਰਕੇ ਹੈ। ਤੇ ਜਿਹੜੇ ਨੀਚਤਾਈ ਨੂੰ ਪ੍ਰਾਪਤ ਹੋ ਜਾਂਦੇ ਨੇ, ਨਿਖਿੱਧ ਕਰਮ ਕਰ ਕਰਕੇ, ਬੁਰੇ ਕਰਮ ਕਰ ਕਰਕੇ, ਖੋਟੀ ਸੰਗਤ ਕਰਕੇ, ਭੈੜੇ ਕਰਮ ਕਰ ਕਰਕੇ ਨੀਚਤਾਈ ਨੂੰ ਪ੍ਰਾਪਤ ਹੋ ਜਾਂਦੇ, ਉਹ ਵੀ ਪਰਮਾਤਮਾ ਦੇ ਹੁਕਮ ਕਰਕੇ ਹੀ ਹੈ। ਉਹ ਆਪਣੇ ਬਲ ਦੁਆਰਾ ਥੋੜਾ ਕੰਮ ਕਰਦੇ ਹੈ, ਉਹ ਵੀ ਪਰਮੇਸ਼ਰ ਦੇ ਹੁਕਮ ਕਰਕੇ ਉਹਨਾਂ ਨੂੰ ਪਰਮਾਤਮਾ ਨੇ ਸੋਝੀ ਨਹੀਂ ਬਖਸ਼ੀ। ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਤੋਂ ਅਗਿਆਤ ਹਨ, ਸਵੈ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕਦੇ। ਉਹਨਾਂ ਨੂੰ ਪਤਾ ਹੀ ਨਹੀਂ ਜਗਤ ਵਿੱਚ ਆਏ ਕਿਸ ਲਈ ਹਾਂ, ਸਾਡੇ ਆਉਣ ਦਾ ਮਨੋਰਥ ਕੀ ਹੈ, ਕੀ ਕਰ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ ਹੈ। ਐਸੇ ਜਿਹੜੇ ਨੀਚਤਾਈ ਨੂੰ ਪ੍ਰਾਪਤ ਹੋਣ ਵਾਲੇ, ਨਿਖਿੱਧ ਕਰਮ ਕਰਨ ਵਾਲੇ ਨੀਚ ਪੁਰਸ਼ ਹਨ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਸਿੱਧੋ ਉਹ ਵੀ ਪਰਮਾਤਮਾ ਦੇ ਹੁਕਮ ਕਰਕੇ ਹਨ। ਹੁਕਮ ਲਿਖ ਦੁੱਖ ਸੁਖ ਪਾਈ ਹੈ। ਤੇ ਜਗਤ ਅੰਦਰ ਜੋ ਕੁਝ ਵੀ ਪਰਮਾਤਮਾ ਨੇ ਪ੍ਰਾਰਬਧ ਅੰਦਰ ਜੀਵ ਦੇ ਲਿਖ ਕੇ ਪਾ ਦਿੱਤਾ ਹੈ, ਜੋ ਕੁਝ ਵੀ ਪਰਮਾਤਮਾ ਨੇ, ਚਾਹੇ ਜੀਵਨ ਦੇ ਵਿੱਚ ਦੁੱਖ ਹਨ ਚਾਹੇ ਸੁੱਖ ਹਨ। ਕੋਈ ਸੁਖੀ ਜੀਵਨ ਨਿਰਵਾਹ ਕਰਦਾ ਹੈ, ਕੋਈ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਨਿਰਵਾਹ ਕਰਦਾ ਹੈ, ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ। ਹੁਕਮ ਲਿਖ ਦੁੱਖ ਸੁਖ ਪਾਈ ਹੈ। ਜੋ ਪਰਮਾਤਮਾ ਨੇ ਜੀਵ ਦੀ ਪ੍ਰਾਰਬਧ ਅੰਦਰ ਲਿਖ ਦਿੱਤਾ ਹੈ ਨਾ, ਪਰਮਾਤਮਾ ਨੇ ਹੁਕਮ ਪਾ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਪ੍ਰਾਰਬਧ ਅੰਦਰ ਕੋਟੀ ਵਿੱਚ ਕਰਮ ਲਿਖ ਕਰਕੇ ਪਾਤਾ ਹੈ। ਉਸ ਅਨੁਸਾਰ ਕੋਈ ਜੀਵ ਸੁਖੀ ਹਨ ਤੇ ਕੋਈ ਦੁਖੀ ਹਨ, ਕਿਉਂਕਿ ਗੁਰਬਾਣੀ ਦੇ ਬਚਨ ਹਨ ਦੁੱਖ ਤੇ ਸੁਖ ਸਾਧ ਸੰਗਤ ਜੀ ਅਨਿਖੜਵੇਂ ਅੰਗ ਹਨ ਜੀਵ ਦੇ। ਕਿਸੇ ਕੋਲ ਜ਼ਿਆਦਾ ਸੁਖ ਨੇ, ਕੋਈ ਘੱਟ ਦੁਖੀ ਹੈ। ਕਿਸੇ ਕੋਲ ਜ਼ਿਆਦਾ ਦੁੱਖ ਹਨ ਤੇ ਘੱਟ ਸੁਖੀ ਹੈ। ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ। ਕਿਸੇ ਨੂੰ ਤਨ ਕਰਕੇ ਸੁਖ ਮਿਲਿਆ, ਕਿਸੇ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋਈ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਪਰਮੇਸ਼ਰ ਦੇ ਹੁਕਮ ਕਰਕੇ ਹੈ। ਹਜੂਰ ਦੇ ਬਚਨ ਆਉਂਦੇ ਆ ਨਾ, ਸੁਖ ਦੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਹੇ ਮਨੁੱਖ। ਕਹਿੰਦੇ ਹਨ ਸੁੱਖ ਤੇ ਦੁੱਖ ਜੀਵ ਦੇ ਕੱਪੜੇ ਧਾਰਨ ਦੀ ਤਰ੍ਹਾਂ ਆ। ਕਦੇ ਦੁੱਖ ਆ ਕਰਕੇ ਜੀਵਨ ਵਿੱਚ ਪ੍ਰਾਪਤ ਹੋ ਜਾਂਦੇ, ਕਦੇ ਸੁੱਖ ਮਿਲ ਜਾਂਦੇ ਹੈ, ਕਦੇ ਬਹੁਤੇ ਸੁੱਖ ਆ ਜਾਂਦੇ, ਘੱਟ ਦੁੱਖ ਹੋ ਜਾਂਦੇ ਨੇ।
ਔਰ ਹੈ ਸਭ ਕੁਝ ਪ੍ਰਮਾਤਮਾ ਦੇ ਹੁਕਮ ਕਰਕੇ ਹੈ। ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਹੁਕਮ ਅਨੁਸਾਰ ਜੀਵ ਦੇ ਪ੍ਰਾਰਬਧ ਦੇ ਵਿੱਚ ਕਰਮ ਲਿਖਣੇ ਕਰਕੇ ਜਗਤ ਦੇ ਜੀਵਾਂ ਨੂੰ ਦੁੱਖ ਔਰ ਸੁਖ ਪ੍ਰਾਪਤ ਹੁੰਦੇ ਹਨ। ਇਕ ਨਾ ਹੁਕਮੀ ਬਖਸ਼ੀਸ। ਇੱਕ ਐਸੇ ਜਗਤ ਦੇ तमाम ਜੀਵ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਸਾਧ ਸੰਗਤ ਜੀ ਬਖਸ਼ੀਸ਼ ਇਹ ਮਾਣ ਬਖਸ਼ਿਸ਼ ਕੀਤਾ ਹੈ। ਜਗਤ ਅੰਦਰ ਆਏ ਹੋਏ ਜੀਵ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਦਾ ਇਹ ਬਖਸ਼ਿਸ਼ ਕੀਤੀ ਹੈ। ਜੀਵ ਨੂੰ ਐਸੀ ਸੋਝੀ ਬਖਸ਼ੀ ਹੈ, ਉਹ ਪਰਮਾਰਥ ਦੇ ਰਸਤੇ ਤੇ ਚੱਲਦਾ ਹੈ, ਮਨ ਨੂੰ ਅਡੋਲ ਰੱਖ ਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦਾ ਹੈ। ਜਿਨ੍ਹਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਤੁਰੋਂ ਹੀ ਜਿਨ੍ਹਾਂ ਤੇ ਸਾਧ ਸੰਗਤ ਤੇ ਬਖਸ਼ਿਸ਼ ਹੁੰਦੀ ਹੈ। ਹਜੂਰ ਦੇ ਬਚਨ ਆਉਂਦੇ ਆ ਨਾ, ਜਿਨ੍ਹਾਂ ਦੇ ਤੁਰੋਂ ਪਰਮਾਤਮਾ ਨੇ ਪੂਰਬਲੇ ਨਿਸ਼ਕਾਮ ਕਰਮ ਜਾਣ ਕਰਕੇ ਚੰਗੇ ਕਰਮ ਵਾਹਿਗੁਰੂ ਨੇ ਪ੍ਰਾਰਬਧ ਵਿੱਚ ਲਿਖ ਕੇ ਪਾਏ ਹੈ, ਉਹ ਜਗਤ ਅੰਦਰ ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਹਨ। ਉਹਨਾਂ ਨੂੰ ਰੱਬੀ ਯਾਦ ਕਦੇ ਭੁੱਲਦੀ ਨਹੀਂ। ਹਰ ਇੱਕ ਸਵਾਸ ਨਾਲ ਪਰਮੇਸ਼ਰ ਦਾ ਸਿਮਰਨ ਹੈ। ਉਹ ਹਰ ਇੱਕ ਦਮ ਨੂੰ ਸੰਭਾਲ ਕੇ ਰੱਖਦੇ, ਇੱਕ ਵੀ ਦਮ ਆਪਣਾ ਬਿਰਥਾ ਨਹੀਂ ਜਾਣ ਦਿੰਦੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹਰ ਇੱਕ ਸਵਾਸ ਨੂੰ ਸਾਂਭਦੇ ਆ। ਕਿਵੇਂ ਸਾਂਭਦੇ ਨੇ? ਰੱਬ ਦੀ ਯਾਦ ਵਿੱਚ ਜੋੜ ਕੇ ਹਰ ਇੱਕ ਸਵਾਸ ਨੂੰ ਸਫਲਿਆ ਕਰਦੇ ਨੇ, ਵਾਹਿਗੁਰੂ ਦਾ ਭਜਨ ਕਰਕੇ, ਪਰਮੇਸ਼ਰ ਦਾ ਨਾਮ ਜਪ ਕੇ। ਐਸਾ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਨੇ ਤੁਰੋਂ ਹੀ ਇਹ ਬਖਸ਼ੀਸ਼ ਕੀਤੀ ਹੈ, ਇੱਕ ਨਾ ਹੁਕਮੀ ਬਖਸ਼ੀਸ਼। ਔਰ ਇਸੇ ਤਰ੍ਹਾਂ ਜਿਨ੍ਹਾਂ ਨੂੰ ਸਾਧ ਸੰਗਤ ਜੀ ਪਰਮਾਤਮਾ ਨੇ ਇਹ ਬਖਸ਼ਿਸ਼ ਕੀਤੀ ਹੈ ਨਾ, ਤੁਰੋਂ ਹੀ ਉਹਨਾਂ ਨੇ ਪੂਰੇ ਸਤਿਗੁਰੂ ਜੀ ਵਾਲੇ ਬਣਨਾ ਕੀਤਾ ਹੈ। ਕਿਉਂਕਿ ਬਖਸ਼ਿਸ਼ ਤੋਂ ਬਿਨਾ, ਪਰਮਾਤਮਾ ਦੀ ਕਿਰਪਾ ਤੋਂ ਬਿਨਾ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਨਹੀਂ ਜੀਵਨ ਵਿੱਚ ਹੁੰਦੀ। ਅਧੂਰੇ ਤਾਂ ਬਹੁਤ ਪ੍ਰਾਪਤ ਹੋ ਜਾਂਦੇ ਆ, ਥਾਵਾਂ ਥਾਵਾਂ ਤੇ ਮਿਲ ਜਾਂਦੇ ਨੇ, ਪਰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਪਰਮੇਸ਼ਰ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਕਦੇ ਪ੍ਰਾਪਤ ਹੁੰਦੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਧੁਰੋਂ ਹੀ ਵਾਹਿਗੁਰੂ ਨੇ ਮਸਤਕ ਦੇ ਲੇਖ ਲਿਖ ਕਰਕੇ ਪਾਏ ਨੇ, ਉਹਨਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਿਆਨ ਦਾ ਹਨੇਰਾ ਕੱਟ ਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਇਸ ਲਈ ਇਹ ਧੁਰੋਂ ਜਿਨ੍ਹਾਂ ਤੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹ ਪਰਮਾਤਮਾ ਦੀ ਪ੍ਰੇਮਾ ਭਗਤੀ ਰੂਪੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹਨ। ਇੱਕ ਨਾ ਹੁਕਮੀ ਬਖਸ਼ੀਸ਼। ਇੱਕ ਉਹ ਐਸੇ ਵੱਡਿਆਂ ਭਾਗਾਂ ਵਾਲੇ ਗੁਰਮੁਖ ਹਨ ਜਿਨ੍ਹਾਂ ਨੂੰ ਧੁਰੋਂ ਹੀ ਪਰਮਾਤਮਾ ਨੇ ਇਹ ਦਾਤ ਦੇ ਕਰਕੇ ਨਿਵਾਜਿਆ ਹੈ। ਸਤਿਗੁਰੂ ਜੀ ਦੇ ਬਚਨ ਆਉਂਦੇ ਆ ਨਾ ਗੁਰਬਾਣੀ ਵਿੱਚ, ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ। ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਏ। ਜਿਨ੍ਹਾਂ ਨੂੰ ਧੁਰੋਂ ਇਹ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਧੁਰੋਂ ਪਰਮਾਤਮਾ ਨੇ ਇਹ ਦਾਰ ਦੇ ਕਰਕੇ ਜਗਤ ਅੰਦਰ ਨਿਵਾਜਿਆ। ਸਤ ਸੰਗਤ ਦੇ ਜਗਤ ਅੰਦਰ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਬੰਦਗੀ ਕਰਦੇ ਹਨ। ਜੇ ਕੋਈ ਉਹਨੂੰ ਮਿਟਾਉਣ ਦਾ ਯਤਨ ਕਰਦਾ, ਕੋਈ ਮਿਟਾ ਨਹੀਂ ਸਕਦਾ। ਉਹਨਾਂ ਦੀ ਸਮਸਤ ਕੋਈ ਹੋ ਹੀ ਨਹੀਂ ਸਕਦਾ, ਉਹਨਾਂ ਦੀ ਬਰਾਬਰਤਾ ਕੋਈ ਕਰ ਹੀ ਨਹੀਂ ਸਕਦਾ। ਜਿਨ੍ਹਾਂ ਨੂੰ ਧੁਰੋਂ ਪਰਮਾਤਮਾ ਨੇ ਇਹ ਬਖਸ਼ਿਸ਼ ਦੇ ਕਰਕੇ ਨਿਵਾਜਿਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਸਿੱਧੋ ਇੱਕ ਨਾ ਹੁਕਮੀ ਬਖਸ਼ੀਸ਼। ਇੱਕ ਨਾ ਨੂੰ ਵਾਹਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੀ ਰਜ਼ਾ ਵਿੱਚ ਚੱਲਣ ਦੀ ਇਹ ਦਾਤ ਬਖਸ਼ੀ ਹੈ, ਉਹਨਾਂ ਨੂੰ ਪਰਮਾਤਮਾ ਨੇ ਧੁਰੋਂ ਹੀ ਐਸੀ ਬਖਸ਼ਿਸ਼ ਕੀਤੀ ਹੈ। ਇੱਕ ਹੁਕਮੀ ਸਦਾ ਭਵਾਈ ਹੈ। ਤੇ ਇੱਕ ਨਾ ਐਸੇ ਉਹ ਜੀਵ ਹਨ ਜਿਨ੍ਹਾਂ ਨੂੰ ਆਪਣੇ ਹੁਕਮ ਦੇ ਵਿੱਚ ਹੀ ਪਰਮਾਤਮਾ ਨੇ 84 ਲੱਖ ਜੂਨਾਂ ਦੇ ਵਿੱਚ ਭਵਾਉਣਾ ਕੀਤਾ ਹੈ। ਟਿਕਾਓ ਮਿਲਦਾ ਹੀ ਨਹੀਂ ਉਹਨਾਂ ਨੂੰ, ਕਿਉਂਕਿ ਪੂਰੇ ਗੁਰੂ ਵਾਲੇ ਨਹੀਂ ਬਣੇ, ਸਤਿਗੁਰੂ ਜੀ ਦੇ ਲੜ ਨਹੀਂ ਲੱਗਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਗਿਆਨ ਦ੍ਰਿਸ਼ਟੀ ਦੀ ਪ੍ਰਾਪਤੀ ਨਹੀਂ ਕਰਦੇ, ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਪਰਮਾਰਥ ਦਾ ਰਸਤਾ ਅੰਨੇ ਜੀਵਾਂ ਨੂੰ ਦਿਸਦਾ ਹੀ ਨਹੀਂ। ਇਸ ਕਰਕੇ ਹਜੂਰ ਕਹਿੰਦੇ ਇੱਕ ਹੁਕਮ ਹੀ ਸਦਾ ਭਵਾਈਆ ਹੈ। 84 ਦੇ ਗੇੜੇ ਵਿੱਚ ਉਹਨਾਂ ਨੂੰ ਭਵਾਉਣਾ ਕੀਤਾ ਵੀ ਪਰਮਾਤਮਾ ਦਾ ਆਪਣਾ ਹੁਕਮ ਹੈ। ਔਰ ਹਜੂਰ ਨੇ ਬਚਨ ਕੀਤਾ,
ਕਹਿੰਦੇ ਉਹ ਜਗਤ ਦੇ ਵਿੱਚ ਵੀ ਸਾਧ ਸੰਗਤ ਜੀ ਭਰਮਾਂ ਵਿੱਚ ਪੈ ਕੇ ਭਰਮਦੇ ਹੀ ਫਿਰਦੇ ਐ। ਸੰਸਾਰ ਵਿੱਚ ਆ ਕੇ ਮਾਨਸ ਜੀਵਨ ਦੇ ਵਿੱਚ ਵੀ ਕਿਹੜਾ ਉਹਨਾਂ ਨੂੰ ਸਾਧ ਸੰਗਤ ਜੀ ਮਨ ਨੂੰ ਟਿਕਾਊ ਮਿਲ ਜਾਂਦਾ ਹੈ, ਕਿਹੜਾ ਉਹਨਾਂ ਨੂੰ ਆਤਮਿਕ ਸੁੱਖ ਮਿਲ ਜਾਂਦਾ ਹੈ, ਜੋ ਪਰਮੇਸ਼ਰ ਦੀ ਰਜ਼ਾ ਨੂੰ ਸਾਧ ਸੰਗਤ ਜੀ ਸਤ ਕਰਕੇ ਨਹੀਂ ਮੰਨਦੇ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਦੀਖਿਆ ਦਾਨ ਲੈ ਕੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ, ਉਹ ਸੰਸਾਰ ਦੇ ਵਿੱਚ ਆ ਕੇ ਵੀ ਭਰਮ ਰੂਪੀ ਮਰ ਤੇ ਪਰਦਾ ਪੈਣੇ ਕਰਕੇ ਭਟਕਦੇ ਫਿਰਦੇ ਹਨ। ਹੁਕਮੈ ਅੰਦਰ ਸਭ ਕੋ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਸਿੱਧੋ ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਸਾਰੀ ਸ੍ਰਿਸ਼ਟੀ ਪ੍ਰਮਾਤਮਾ ਦੀ ਰਜ਼ਾ ਵਿੱਚ ਹੈ। ਕੋਈ ਸੁਤੰਤਰ ਜੀਵ ਥੋੜਾ। ਸੁਤੰਤਰ ਕਹਿੰਦੇ ਨੇ ਆਜ਼ਾਦ ਨੂੰ। ਆਜ਼ਾਦ ਹੁੰਦਾ ਜਿਹਦੇ ਉੱਪਰ ਕਿਸੇ ਦਾ ਹੁਕਮ ਨਾ ਚੱਲਦਾ ਹੋਵੇ, ਕਿਸੇ ਦੇ ਉੱਪਰ ਕਿਸੇ ਦੀ ਸਾਧ ਸੰਗਤ ਜੀ ਹਕੂਮੀਅਤ ਨਾ ਚੱਲਦੀ ਹੋਵੇ, ਉਹ ਸੁਤੰਤਰ ਹੁੰਦਾ ਹੈ। ਪਰ ਸ੍ਰਿਸ਼ਟੀ ਤਾਂ ਸਾਰੀ ਪਤੰਤਰ ਹੈ। ਜਗਤ ਦੇ ਜਿਤਨੇ ਵੀ ਤਿੰਨਾਂ ਲੋਕਾਂ ਦੇ ਜੀਵ ਹਨ, ਭਾਵੇਂ ਉਹ ਦੈਵੀ ਸ਼ਕਤੀਆਂ ਵੀ ਹੈ, ਕਿਸੇ ਕੋਲ ਥੋੜੀਆਂ ਕਿਸੇ ਕੋਲ ਬਹੁਤੀਆਂ ਸ਼ਕਤੀਆਂ ਨੇ, ਪਰ ਹੈ ਪਰਮਾਤਮਾ ਦੇ ਹੁਕਮ ਵਿੱਚ ਹੈ। ਸਾਰੀ ਸ੍ਰਿਸ਼ਟੀ ਤਿੰਨਾਂ ਲੋਕਾਂ ਦੇ ਜੀਵ ਛੋਟੇ ਵੱਡੇ ਆਕਾਰਾਂ ਦੇ ਸ਼ਕਤੀਆਂ ਵਾਲੇ, ਭਾਵੇਂ ਰਾਜੇ ਮਹਾਰਾਜੇ ਹਨ, ਕੰਗਾਲ ਹਨ, ਧਨ ਵਾਲੇ ਹੈ, ਕਿਸੇ ਵੀ ਪ੍ਰਕਾਰ ਦੇ ਜੀਵ ਹੈ, ਪਰਮਾਤਮਾ ਦੇ ਹੁਕਮ ਦੇ ਵਿੱਚ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਹੁਕਮੈ ਅੰਦਰ ਸਭ ਕੋ। ਹੇ ਸਿੱਧੋ ਸਾਰੀ ਸ੍ਰਿਸ਼ਟੀ ਇਹ ਪਤੰਤਰ ਹੈ, ਆਪੋ ਵੀ ਸੁਤੰਤਰ ਕੋਈ ਨਹੀਂ ਵਿਚਰਦਾ ਪਿਆ। ਸਭ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੀ ਵਰਤਦੇ ਹਨ। ਬਾਹਰ ਹੁਕਮ ਨਾ ਕੋਏ। ਐਸਾ ਕੋਈ ਵੀ ਜੀਵ ਜਾਂ ਕੋਈ ਦੈਵੀ ਸ਼ਕਤੀ ਨਹੀਂ ਜੋ ਪਰਮਾਤਮਾ ਦੇ ਹੁਕਮ ਤੋਂ ਅਲੱਹਦਾ ਵਰਤਦੀ ਹੋਵੇ, ਜੋ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੋਈ ਚੱਲ ਸਕਦਾ ਹੋਵੇ। ਕਿਸੇ ਵਿੱਚ ਐਨੀ ਸਮਰੱਥਾ ਹੈ ਹੀ ਨਹੀਂ। ਕੋਈ ਸ਼ਕਤੀ ਵਾਲਾ ਐਸਾ ਹੋਵੇਗਾ ਤੇ ਤਾਂ ਹੀ ਵਾਹਿਗੁਰੂ ਦੇ ਹੁਕਮ ਨੂੰ, ਵਾਹਿਗੁਰੂ ਦੀ ਮਰਜ਼ਾਦਾ ਨੂੰ ਭੰਗ ਕਰੇਗਾ। ਕਿਸੇ ਵਿੱਚ ਐਨੀ ਤਾਕਤ ਨਹੀਂ ਹੈ। ਇਸ ਲਈ ਪਾਤਸ਼ਾਹ ਕਹਿੰਦੇ ਬਾਹਰ ਹੁਕਮ ਨਾ ਕੋਏ। ਵਾਹਿਗੁਰੂ ਦੇ ਹੁਕਮ ਤੋਂ ਅਲੱਹਦਾ ਕੋਈ ਵੀ ਜੀਵ ਨਹੀਂ ਵਰਤਦਾ। ਨਾਨਕ ਹੁਕਮੈ ਜੇ ਬੁੱਝੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜੇਕਰ ਵਾਹਿਗੁਰੂ ਦੇ ਹੁਕਮ ਨੂੰ ਕੋਈ ਬੁੱਝ ਲੈਣਾ ਕਰੇ, ਭਾਵ ਪਰਮੇਸ਼ਰ ਦੀ ਰਜ਼ਾ ਨੂੰ ਸਤ ਕਰਕੇ ਮੰਨ ਲੈਣਾ ਕਰੇ, ਤਾ ਹਉਮੈ ਕਹੈ ਨਾ ਕੋਏ। ਜੋ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਹੈ, ਉਹ ਫਿਰ ਮੇਰ ਤੇਰ ਜੀਵ ਛੱਡ ਦਿੰਦਾ। ਉਹ ਵਡਭਾਗਾ ਪੁਰਖ ਕਦੇ ਹੰਕਾਰ ਨਹੀਂ ਕਰਦਾ ਸਰੀਰ ਦਾ, ਕਦੇ ਮਾਣ ਨਹੀਂ ਕਰਦਾ ਪਦਾਰਥਾਂ ਦਾ, ਕਦੇ ਗੁਣਾਂ ਦਾ ਅਭਿਮਾਨ ਨਹੀਂ ਕਰਦਾ, ਜਾਤ ਦਾ ਅਭਿਮਾਨ ਨਹੀਂ ਕਰਦਾ। ਸਭ ਕੁਝ ਮੈਂ ਮੇਰੀ ਮੇਰ ਤੇਰ ਛੱਡ ਕੇ ਪਰਮੇਸ਼ਰ ਦੀ ਰਜ਼ਾ ਨੂੰ ਸਤ ਕਰਕੇ ਮੰਨਦਾ ਹੈ ਕਿ ਹੇ ਪਰਮਾਤਮਾ, ਹੇ ਵਾਹਿਗੁਰੂ ਜੀ, ਸਭ ਕੁਝ ਆਪ ਜੀ ਦਾ ਹੀ ਬਖਸ਼ਿਸ਼ ਕੀਤਾ ਹੈ। ਜਗਤ ਅੰਦਰ ਜੋ ਵੀ ਦਾਤਾਂ ਸਾਨੂੰ ਮਿਲੀਆਂ ਨੇ, ਜੋ ਵੀ ਬਖਸ਼ਿਸ਼ਾਂ ਸਾਡੇ ਜੀਵਨ ਦੇ ਵਿੱਚ ਪ੍ਰਾਪਤ ਹੋਈਆਂ ਨੇ, ਹੇ ਪਰਮੇਸ਼ਰ, ਸਭ ਆਪ ਜੀ ਦੀਆਂ ਹੀ ਬਖਸ਼ਿਸ਼ਾਂ ਹਨ। ਇਸ ਲਈ ਪਾਤਸ਼ਾਹ ਕਹਿੰਦੇ, ਤਾਂ ਹਉਮੈ ਕਹੈ ਨਾ ਕੋਏ। ਤਾਂ ਉਹ ਗੁਰਮੁਖ ਪਿਆਰਾ ਵਡਭਾਗਾ ਪੁਰਖ ਕਦਾ ਚਿੱਤ ਵੀ ਹੰਕਾਰ ਦੇ ਸਹਿਤ ਹੋ ਕਰਕੇ ਕੁਝ ਬੋਲਦਾ ਨਹੀਂ ਹੈ, ਕਦੇ ਵੀ ਆਪਣਤ ਨਹੀਂ ਜਣਾਉਂਦਾ। ਜੋ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਪਰਮਾਤਮਾ ਦੀ ਰਜ਼ਾ ਨੂੰ, ਵਾਹਿਗੁਰੂ ਦੇ ਭਾਣੇ ਨੂੰ ਜੋ ਮੰਨਣ ਲੱਗ ਪੈਂਦਾ ਹੈ, ਸਾਧ ਸੰਗਤ ਜੀ, ਭਾਣਾ ਮੰਨਣਾ ਹੀ ਤਾਂ ਇੱਕ ਕਠਿਨ ਬਾਤ ਹੈ। ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਣਾ ਹੀ ਤਾਂ ਇੱਕ ਔਖਾ ਹੈ। ਜਿਵੇਂ ਜੇਕਰ ਕੋਈ ਸਾਧ ਸੰਗਤ, ਕੋਈ ਸਾਡਾ ਸਾਖਾ, ਕੋਈ ਸੰਬੰਧੀ ਪਰਿਵਾਰ ਦਾ ਕੋਈ ਜੀਵ ਸਰੀਰ ਛੱਡ ਤਿਆਗ ਦੇਵੇ ਨਾ, ਚੜ੍ਹਾਈ ਕਰ ਜਾਵੇ, ਤੇ ਕਿਹਾ ਜਾਂਦਾ ਜੀ ਰੱਬ ਦਾ ਭਾਣਾ ਹੈ, ਪਰਮੇਸ਼ਰ ਦਾ ਭਾਣਾ ਹੀ ਅਜਿਹਾ ਹੈ। ਉਹ ਘਟਨਾ ਸਾਡੇ ਆਪਣੇ ਪਰਿਵਾਰ ਦੇ ਵਿੱਚ ਸਾਡੇ ਨਾਲ ਵਾਪਰੇ ਤੇ ਭੁੱਬਾਂ ਮਾਰ ਕਰਕੇ ਰੋਂਦੇ ਹਾਂ। ਇਹ ਭਾਣਾ ਮੰਨਣਾ ਤਾਂ ਇੱਕ ਔਖਾ ਹੈ। ਪਰ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਿਆ, ਹਜੂਰ ਕਹਿੰਦੇ ਹਨ, ਉਹਨਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਿਆ ਹੈ। ਵਾਹਿਗੁਰੂ ਦੇ ਹੁਕਮ ਨੂੰ ਕੀ ਬੁੱਝਿਆ? ਉਹਦੀ ਆਗਿਆ ਦੇ ਵਿੱਚ ਰਹਿੰਦੇ ਹਨ ਸਦਾ ਲਈ। ਕਦੇ ਨਹੀਂ ਪਰਮੇਸ਼ਰ ਦੇ ਕੀਤੇ ਤੇ ਕੋਈ ਸ਼ੰਕਾ, ਕੋਈ ਗਿਲਾ, ਕੋਈ ਕਾਨ ਕਨੋਟ ਨਹੀਂ ਗੁਰਮੁਖ ਪਿਆਰੇ ਕਦਾ ਚਿੱਤ ਵੀ ਕਰਦੇ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਕੀਤਾ ਹੈ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਧ ਸੰਗਤ ਜੀ ਉਪਦੇਸ਼ ਬਖਸ਼ਿਸ਼ ਕੀਤਾ।
ਔਰ ਇਸੇ ਪ੍ਰਕਾਰ ਜਗਿਆਸੂ ਤੇ ਬ੍ਰਹਮ ਗਿਆਨੀ ਦੁਆਰਾ ਵੀ ਸਾਧ ਸੰਗਤ ਜੀ ਹੁਣ ਸਤਿਗੁਰੂ ਜੀ ਕਥਨ ਕਰਦੇ ਆ। ਇਸੇ ਪੌੜੀ ਦੇ ਅਰਥ ਫਿਰ ਸਰਵਣ ਕਰਨੇ ਜੀ। ਹੁਕਮੀ ਹੋਵਨ ਆਕਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਬੇਨਤੀ ਕਰਦੇ ਨੇ, ਹੇ ਸਤਿਗੁਰੂ ਜੀ, ਜਿਸ ਵਡਭਾਗੇ ਪੁਰਖ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਆਪ ਜੀ ਕਿਰਪਾ ਕਰਕੇ ਕਥਨ ਕਰੋ। ਤੇ ਸਾਧ ਸੰਗਤ ਜੀ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦੇ ਬਚਨ ਪੜ੍ਹਦੇ ਹਨ। ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਿਵੇਂ ਪਰਮੇਸ਼ਰ ਦਾ ਹੁਕਮ ਚੱਲਦਾ ਹੈ ਨਾ ਸਾਰੀ ਕਾਇਨਾਤ ਤੇ, ਸਾਰੀ ਸ੍ਰਿਸ਼ਟੀ ਤੇ ਵਾਹਿਗੁਰੂ ਦਾ ਹੁਕਮ ਵਰਤਦਾ ਹੈ, ਤਿਵੇਂ ਉਹ ਬ੍ਰਹਮ ਗਿਆਨੀ ਵੀ ਸਾਧ ਸੰਗਤ ਜੀ ਸਾਰੇ ਜਗਤ ਦੇ ਆਪਣਾ ਹੁਕਮ ਚਲਾ ਸਕਦਾ ਹੈ। ਇੰਨੀ ਸ਼ਕਤੀ, ਇੰਨੀ ਸਮਰੱਥਾ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਫਿਰ ਪਰਮੇਸ਼ਰ ਸਰੂਪ ਹੀ ਹੋ ਜਾਂਦਾ ਹੈ। ਉਹ ਤਾਂ ਫਿਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਵਾਹਿਗੁਰੂ ਦਾ ਪਿਆਰਾ ਵਾਹਿਗੁਰੂ ਸਰੂਪ ਹੀ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਫਿਰ ਪੜੋ। ਹੁਕਮੀ ਆਕਾਰ। ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਮੰਨਣਾ ਸਿੱਖ ਲਿਆ ਹੈ ਨਾ, ਉਹਨਾਂ ਨੂੰ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਹੈ। ਪਰਮੇਸ਼ਰ ਦੀ ਰਜ਼ਾ ਨੂੰ ਜਿਨ੍ਹਾਂ ਨੇ ਸਤ ਕਰਕੇ ਮੰਨ ਲਿਆ ਹੈ, ਉਹਨਾਂ ਦੇ ਹਿਰਦੇ ਅੰਦਰ ਹਰ ਪ੍ਰਕਾਰ ਦਾ ਗਿਆਨ, ਉਹਨਾਂ ਦੇ ਅੰਦਰ ਹਰ ਪ੍ਰਕਾਰ ਦੀ ਸ਼ਕਤੀ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤੀ ਹੈ। ਭਾਵ ਉਹ ਤਾਂ ਤਰਕਾਲਦਰਸ਼ੀ ਹੋ ਗਏ ਹਨ, ਤਿੰਨਾਂ ਸਮਿਆਂ ਦੀ ਉਹਨਾਂ ਦੇ ਅੰਦਰ ਗਿਆਤਾ ਹੋ ਜਾਂਦੀ ਹੈ। ਹਰ ਇੱਕ ਸਮੇਂ ਨੂੰ ਉਹ ਪਰਮੇਸ਼ਰ ਦੇ ਪਿਆਰੇ ਜਾਣ ਲੈਂਦੇ ਹੈ ਕਿ ਲੰਘੇ ਸਮੇਂ ਵਿੱਚ ਕੀ ਹੋਇਆ ਸੀ, ਵਰਤਮਾਨ ਸਮੇਂ ਅੰਦਰ ਕੀ ਵਰਤਾਰਾ ਵਰਤ ਰਿਹਾ, ਔਰ ਭਵਿੱਖਤ ਕਾਲ ਦੇ ਵਿੱਚ ਕੀ ਵਰਤੇਗਾ। ਤਿੰਨਾਂ ਸਮਿਆਂ ਦੇ ਗਿਆਤੇ ਬਣ ਜਾਂਦੇ ਆ ਜੋ ਵਾਹਿਗੁਰੂ ਦੇ ਹੁਕਮ ਨੂੰ ਸਾਧ ਸੰਗਤ ਜੀ ਸਤ ਕਰਕੇ ਮੰਨਦੇ ਆ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹੁਕਮੀ ਹੋਵਨ ਆਕਾਰ। ਜਿਤਨਾ ਵੀ ਸ੍ਰਿਸ਼ਟੀ ਦਾ ਆਕਾਰ ਹੈ, ਇਹ ਨਹੀਂ ਹੈ ਕਿ ਚੱਲਣ ਫਿਰਨ ਵਾਲੇ ਜਿਹੜੇ ਚੇਤਨ ਜੀਵ ਹੈ, ਸੰਸਾਰ ਦੇ ਪੁਰਖ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਜੜ ਵੀ ਹੈ ਨਾ, ਉਹ ਵੀ ਸਾਧ ਸੰਗਤ ਜੀ ਉਹਨਾਂ ਦੇ ਹੁਕਮ ਮੰਨਣ ਲੱਗ ਪੈਂਦੇ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਹੈ। ਜਿਵੇਂ ਪਾਤਸ਼ਾਹ ਜੀ ਦੇ ਬਚਨ ਆਉਂਦੇ ਆ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਉਹ ਸਖਾ ਹੈ, ਸੰਬੰਧੀ ਹੈ, ਮਿੱਤਰ ਹੈ, ਭਰਾਤਾ ਹੈ। ਕਿੰਨਾ ਮਾਣ ਬਖਸ਼ਿਆ ਉਹ ਗੁਰਸਿੱਖ ਨੂੰ, ਉਹ ਵਡਭਾਗੇ ਪੁਰਖ ਨੂੰ ਜੋ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ, ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਨੂੰ ਸਿਰ ਮੱਥੇ ਮੰਨਦਾ। ਪਰ ਇਹ ਬਚਨ ਮੰਨਣਾ ਹੀ ਤਾਂ ਸਾਧ ਸੰਗਤ ਜੀ ਔਖਾ ਹੈ। ਕਿੰਨਾ ਕੁ ਮੰਨਦਿਆਂ ਹਾਂ ਇਹ ਸਾਨੂੰ ਪਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਸਮਤ ਬਖਸ਼ਣ। ਐਸੇ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਿਆ। ਸਾਧ ਸੰਗਤ ਜੀ, ਜਿਸ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਅਸਥਾਨ ਸਤਿਗੁਰੂ ਜੀ ਨਗਰ ਵਸਾ ਰਹੇ ਸਨ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਉਸ ਸਮੇਂ ਹਜੂਰ ਨੇ ਸਾਧ ਸੰਗਤ ਸਭ ਜਿਤਨਾ ਵੀ ਭੂਤਾਂ ਪ੍ਰੇਤਾਂ ਬੁਰੀਆਂ ਬਲਾਵਾਂ ਦਾ ਉੱਥੇ ਵਾਸਾ ਸੀ, ਸਭ ਉੱਥੋਂ ਹਜੂਰ ਨੇ ਹਟਾ ਦਿੱਤੇ। ਗਰੀਬ ਨਵਾਜ ਸਤਿਗੁਰਾਂ ਦੇ ਪ੍ਰਤਾਪ ਕਰਕੇ ਸਭ ਪ੍ਰੇਤ ਉੱਥੋਂ ਨੱਸ ਗਏ ਸਨ, ਬੁਰੀਆਂ ਜੋ ਆਤਮਾਵਾਂ ਸਨ। ਤੇ ਹਜੂਰ ਨੇ ਇੱਥੇ ਬਚਨ ਕੀਤਾ ਕਿ ਜਿਤਨਾ ਵੀ ਸਮਾਂ ਜੀਵਨ ਕਾਲ ਦੌਰਾਨ ਸਰੀਰ ਕਰਕੇ ਅਸੀਂ ਇੱਥੇ ਰਹਾਂਗੇ, ਕਾਲ ਗੋਇੰਦਵਾਲ ਸਾਹਿਬ ਦੇ ਅੰਦਰ ਪ੍ਰਵੇਸ਼ ਨਹੀਂ ਹੋ ਸਕੇਗਾ। ਬਜ਼ੁਰਗ ਮਾਤਾ ਦਾ ਇਕਲੌਤਾ ਪੁੱਤਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਈਏ ਤਾਪ ਦੇ ਨਾਲ ਜੋ ਮਰ ਗਿਆ ਸੀ, ਉਹਨੂੰ ਜਿਉਂਦਾ ਕੀਤਾ ਸੀ ਹਜੂਰ ਨੇ ਆਤਮਿਕ ਬਲ ਦੁਆਰਾ। ਫਿਰ ਬਚਨ ਕੀਤਾ ਸੀਗਾ, ਕਾਲ ਗੋਇੰਦਵਾਲ ਸਾਹਿਬ ਦੇ ਵਿੱਚ ਵਾੜੀ ਨਹੀਂ ਸਕੇਗਾ, ਇੱਥੇ ਪ੍ਰਵੇਸ਼ ਨਹੀਂ ਹੋ ਸਕੇਗਾ। ਤੇ ਸਾਧ ਸੰਗਤ, ਮਨੁੱਖ ਤਾਂ ਕੀ, ਕੋਈ ਪਸ਼ੂ ਪਰਿੰਦਾ ਵੀ ਉਹਨਾਂ ਸਮਾਂ ਚੜ੍ਹਾਈ ਨਹੀਂ ਸੀ ਕੀਤਾ, ਕਿਸੇ ਦੀ ਮੌਤ ਨਹੀਂ ਸੀ ਹੋਈ ਜਿੰਨਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਕਰਕੇ ਗੋਇੰਦਵਾਲ ਸਾਹਿਬ ਅੰਦਰ ਰਹੇ ਹੈ। ਇਤਿਹਾਸ ਦੇ ਅੰਦਰ ਲਿਖਿਆ ਹੈ। ਔਰ ਇਉਂ ਗਰੀਬ ਨਵਾਜ ਸਤਿਗੁਰੂ ਜੀ ਦੇ ਜਦੋਂ ਨਗਰ ਦੀ ਉਸਾਰੀ ਕਰਾਉਣੀ ਸ਼ੁਰੂ ਕੀਤੀ ਸੀ ਨਾ, ਤੇ ਪਤਾ ਲੱਗਾ ਕਿ ਸਤਿਗੁਰਾਂ ਨੇ ਇੱਥੇ ਵਰ ਦਿੱਤਾ ਹੈ। ਦੂਰੋਂ ਦੂਰੋਂ ਹੋਰ ਨਗਰਾਂ ਵਾਲੇ ਲੋਕ ਮੌਤ ਤੋਂ ਡਰਦੇ ਹੋਏ ਇੱਥੇ ਨਗਰ ਵਿੱਚ ਆ ਕੇ ਵਸਣ ਲੱਗ ਪਏ ਸਨ। ਬਹੁ ਗਿਣਤੀ ਵਿੱਚ ਆ ਕੇ ਇੱਥੇ ਵਸੋਂ ਹੋ ਗਈ।
ਤੇ ਸਾਧ ਸੰਗਤ ਜੀ ਰਹਿਣ ਦੇ ਵਾਸਤੇ ਘਰ ਵੀ ਕਈਆਂ ਨੂੰ ਮਕਾਨ ਵੀ ਨਾ ਮਿਲੇ ਤੇ ਰੜੇ ਮੈਦਾਨੇ ਆ ਕਰਕੇ ਕਈ ਬੈਠ ਗਏ ਸਨ। ਸਿੱਖਾਂ ਨੇ ਬੇਨਤੀ ਕੀਤੀ, ਹੈ ਸਤਿਗੁਰੂ ਜੀ, ਜੋ ਦੂਰੋਂ ਦੂਰੋਂ ਨਗਰਾਂ ਵਿੱਚੋਂ ਲੋਕ ਚੱਲ ਕਰਕੇ ਆ ਰਹੇ ਆ ਮਹਾਰਾਜ, ਜਿਨ੍ਹਾਂ ਨੂੰ ਆਪ ਜੀ ਨੇ ਸੁਨੇਹੇ ਭੇਜੇ ਸਨ, ਤੇ ਰਹਿਣ ਦੇ ਵਾਸਤੇ ਮਹਾਰਾਜ ਕੋਈ ਬੰਦੋਬਸਤ ਕਰਨਾ ਚਾਹੀਦਾ ਹੈ। ਹੇ ਮਹਾਰਾਜ, ਜਿਵੇਂ ਬਿਆਰ ਜਾਂ ਸ਼ਤੀਰੀਆਂ ਆਦਿਕ ਦੀਆਂ ਕੋਈ ਲੱਕੜਾਂ ਹਨ ਚੰਗੀਆਂ, ਉਹਨਾਂ ਦੇ ਨਾਲ ਮਹਾਰਾਜ ਘਰ ਜਿਹੜੇ ਮਕਾਨ ਬਣਾਏ ਜਾਣ, ਪਰ ਉਹ ਲੱਕੜਾਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲ ਹਨ। ਇਸ ਲਈ ਹੇ ਸਤਿਗੁਰੂ ਜੀ, ਆਪ ਜੀ ਦੱਸੋ ਸਾਨੂੰ ਕੀ ਕਰਨਾ ਚਾਹੀਦਾ ਹੈ। ਗਰੀਬ ਨਵਾਜ ਜਗਤ ਗੁਰੂ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਕਹਿੰਦੇ ਕਿ ਹਰੀਪੁਰ ਦੇ ਵਿੱਚ ਜਾਵੋ, ਉੱਥੇ ਜੋ ਰਾਜਾ ਹੈ ਗੁਰੂ ਘਰ ਦਾ ਸ਼ਰਧਾਲੂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਹੁਕਮ ਕੀਤਾ ਕਿ ਕੋਈ ਸਾਡਾ ਸਿੱਖ ਉੱਥੇ ਚੱਲ ਕੇ ਜਾਵੇ। ਤੇ ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਰਾਤਾ ਜੀ ਦੇ ਪੁੱਤਰ ਸਨ ਬਾਬਾ ਸਾਵਣ ਮੱਲ ਜੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਸ਼ੀਸ਼ ਨਵਾਇਆ ਔਰ ਬੇਨਤੀ ਕੀਤੀ, ਹੈ ਮਹਾਰਾਜ, ਹੈ ਸਤਿਗੁਰੂ ਜੀ, ਆਪ ਜੀ ਸਾਨੂੰ ਆਗਿਆ ਦੇਵੋ। ਤੇ ਮਹਾਰਾਜ ਸੱਚੇ ਪਾਤਸ਼ਾਹ ਚਲੇ ਜਾਂਦੇ ਹਨ। ਪਰ ਗਰੀਬ ਨਵਾਜ ਸਤਿਗੁਰੂ ਜੀ ਉੱਥੇ ਜੇ ਚਲੇ ਗਏ ਤੇ ਮਹਾਰਾਜ ਸਾਨੂੰ ਕੋਈ ਪਹਿਚਾਣਦਾ ਵੀ ਨਹੀਂ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਉੱਥੋਂ ਲੱਕੜਾਂ ਸਾਨੂੰ ਮਿਲਣਗੀਆਂ। ਹਜ਼ੂਰ ਨੇ ਬਚਨ ਕੀਤਾ, ਹਰੀਪੁਰ ਦਾ ਰਾਜਾ ਤੇਰੇ ਅਧੀਨ ਹੋਵੇਗਾ, ਜਿਵੇਂ ਤੂੰ ਹੁਕਮ ਕਰੇਗਾ ਤਿਵੇਂ ਹੀ ਤੇਰਾ ਸਾਰੇ ਹੀ ਸਤ ਕਰਕੇ ਬਚਨ ਮੰਨਣਗੇ। ਤੇ ਸਾਧ ਸੰਗਤ ਜੀ, ਸਤ ਵਚਨ ਤਾਂ ਕਹਿ ਦਿੱਤਾ, ਪਰ ਮਨ ਵਿੱਚ ਸ਼ੰਕਾ ਸੀਗਾ ਕਿ ਹਜ਼ੂਰ ਨੇ ਬਚਨ ਕਰ ਦਿੱਤਾ ਹੈ, ਉੱਥੇ ਤਾਂ ਪਹਾੜਾਂ ਦੇ ਵਿੱਚ ਬੜੀਆਂ ਬੜੀਆਂ ਬਲਾਵਾਂ ਵੀ ਰਹਿੰਦੀਆਂ ਨੇ, ਉੱਥੇ ਪ੍ਰੇਤ ਵੀ ਰਹਿੰਦੇ ਆ, ਰਸਤੇ ਵਿੱਚ ਮੈਨੂੰ ਕਿਤੇ ਖਾ ਨਾ ਜਾਣ। ਤੇ ਕਹਿੰਦੇ ਬਾਬਾ ਸਾਵਣ ਮੱਲ ਜੀ ਦੇ ਮਾਤਾ ਆਏ, ਕਹਿਣ ਲੱਗੇ ਕਿ ਮੇਰਾ ਇਕਲੌਤਾ ਪੁੱਤਰ ਹੈ ਸਤਿਗੁਰੂ ਜੀ, ਹੋਰ ਕਿਸੇ ਨੂੰ ਭੇਜ ਦੇਵੋ। ਹੇ ਮਹਾਰਾਜ, ਹੋਰ ਕਿਸੇ ਨੂੰ ਭੇਜ ਦੇਵੋ, ਇਹਨੂੰ ਬਲਾਵਾਂ ਨੇ ਉੱਥੇ ਜੇ ਖਾ ਲਿਆ ਤੇ ਮੈਂ ਕੀ ਕਰਾਂਗੀ, ਇਕਲੌਤਾ ਮੇਰਾ ਪੁੱਤਰ ਹੈ। ਤੇ ਜਦੋਂ ਇਉਂ ਕਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਕਿ ਹੇ ਮਾਤਾ, ਤੂੰ ਕਿਉਂ ਐਵੇਂ ਵੈਰਾਗ ਕਰਦੇ ਹੈ, ਤੇਰੇ ਪੁੱਤਰ ਨੂੰ ਐਨੀਆਂ ਸ਼ਕਤੀਆਂ ਆਸਾਂ ਨੇ ਬਖਸ਼ ਦਿੱਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਤਨੇ 52 ਵੀਰ ਹੈ, 9 ਨਾਥ ਹੈ, 6 ਜਤੀ ਹੈ, 84 ਸਿੱਧ ਹਨ, ਭਾਵ ਜਿੰਨੀਆਂ ਵੀ ਦੈਵੀ ਕੋਈ ਸ਼ਕਤੀਆਂ ਹੈ ਨਾ, ਸਭ ਇਹਦੇ ਅਧੀਨ ਹਨ। ਜਿਵੇਂ ਹੁਕਮ ਕਰੇਗਾ ਤਿਵੇਂ ਇਹਦਾ ਹੁਕਮ ਚੱਲੇਗਾ। ਫਿਰ ਮਨ ਨੂੰ ਤਰਵਾਜ਼ ਪ੍ਰਾਪਤ ਹੋ ਗਈ। ਤੇ ਸਾਧ ਸੰਗਤ ਹਜ਼ੂਰ ਦੇ ਕੋਲ ਆਏ ਬਾਬਾ ਸਾਵਣ ਮੱਲ ਜੀ। ਸਤਿਗੁਰੂ ਜੀ ਨੇ ਆਪਣੇ ਪਵਿੱਤਰ ਹਸਤਰ ਕਮਲਾਂ ਦਾ ਜੋ ਜਿਸ ਰੁਮਾਲ ਦੇ ਨਾਲ ਸਤਿਗੁਰੂ ਜੀ ਹੱਥ ਪੂੰਝਿਆ ਕਰਦੇ ਸਨ, ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ। ਕਹਿੰਦੇ ਸਾਰੀਆਂ ਸ਼ਕਤੀਆਂ ਇਹਦੇ ਵਿੱਚ ਹਨ, ਆਪਣੇ ਕੋਲ ਰੱਖਣਾ, ਯਥਾ ਸ਼ਕਤ ਸ਼ਕਤੀ ਨੂੰ ਵਰਤਣਾ। ਤੇ ਸਾਧ ਸੰਗਤ ਜੀ ਹੁਕਮ ਸਿਰ ਮੱਥੇ ਮੰਨਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਬਚਨ ਕਿਹਾ ਹੋਇਆ ਸਤ ਹੈ। ਜਦੋਂ ਬਾਬਾ ਸਾਵਣ ਮੱਲ ਜੀ ਗਏ ਹੈ ਤੇ ਸਾਧ ਸੰਗਤ ਜੀ, ਹਰੀਪੁਰ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ ਸੀ। ਜਦੋਂ ਪ੍ਰਵੇਸ਼ ਹੋਏ ਨੇ ਜਾ ਕਰਕੇ ਹਰੀਪੁਰ ਵਿੱਚ ਦੇਖਿਆ ਤੇ ਸਾਰੇ ਪਾਸੇ ਸੰਨਾਟਾ ਛਾਇਆ ਹੋਇਆ। ਭੱਬਾਂ ਮਾਰਦੇ ਹੋਏ ਉੱਚੀ ਉੱਚੀ ਕੁਰਲਾਟ ਕੰਨਾਂ ਦੇ ਨਾਲ ਸੁਣੀ ਤੇ ਬੜੇ ਹੈਰਾਨ ਹੋਏ। ਪੁੱਛਿਆ ਜਾ ਕੇ ਨਗਰ ਦੇ ਲੋਕਾਂ ਨੂੰ, ਉਹਨਾਂ ਦੱਸਿਆ ਕਿ ਰਾਜੇ ਦਾ ਪੁੱਤਰ ਮਰ ਗਿਆ ਹੈ। ਤੇ ਮਨ ਵਿੱਚ ਫਿਰ ਖਿਆਲ ਆਇਆ ਕਿ ਹੁਣ ਸਮਾਂ ਹੈ ਸ਼ਕਤੀ ਵਿਖਾਉਣ ਦਾ। ਸਾਧ ਸੰਗਤ ਜੀ ਫਿਰ ਜਾ ਕਰਕੇ ਉਹਦੇ ਸਿਪਾਹੀ ਨੂੰ, ਅਹਿਲਕਾਰਾਂ ਨੂੰ ਮਿਲੇ। ਬਾਬਾ ਸਾਵਣ ਮੱਲ ਜੀ ਕਹਿੰਦੇ ਕਿ ਰਾਜੇ ਨੂੰ ਕਹੋ ਕਿ ਮੈਂ ਤੇਰਾ ਪੁੱਤਰ ਜਿਉਂਦਾ ਕਰ ਸਕਦਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਦਾ ਸਿੱਖ ਹਾਂ। ਰਾਜੇ ਨੂੰ ਪਤਾ ਲੱਗਾ ਤੇ ਉਸ ਸਮੇਂ ਇਤਿਹਾਸ ਅੰਦਰ ਜ਼ਿਕਰ ਆਇਆ। ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ ਅੰਦਰ, ਜਿਵੇਂ ਸਾਧ ਸੰਗਤ ਜੀ ਮਰੇ ਹੋਏ ਨੂੰ ਸੰਜੀਵਨੀ ਬੂਟੀ ਪ੍ਰਾਪਤ ਹੋ ਜਾਂਦੀ ਹੈ। ਇਕਲੌਤਾ ਪੁੱਤਰ ਸੀਗਾ, ਆਪਣੀ ਪੱਗ ਵੀ ਲਾ ਦਿੱਤੀ ਸੀਗੀ ਰਾਜੇ ਨੇ। ਇੰਨਾ ਜ਼ਿਆਦਾ ਵੈਰਾਗ ਕਰਦਾ, ਭੁੱਬਾਂ ਮਾਰ ਮਾਰ ਕਰਕੇ ਰੋਂਦਾ ਸੀ ਪੁੱਤਰ ਦੇ ਵੈਰਾਗ ਦੇ ਵਿੱਚ। ਜਦੋਂ ਇਉਂ ਪਤਾ ਲੱਗਾ ਤੇ ਨਾਲ ਬਾਬਾ ਸਾਵਣ ਮੱਲ ਜੀ ਨੇ ਬਚਨ ਕੀਤਾ, ਕਹਿੰਦਾ ਕਿ ਸਾਡੀ ਸਿੱਖੀ ਧਾਰਨ ਕਰਨੀ ਪਵੇਗੀ। ਇਹ ਬਚਨ ਲੈਣਾ, ਜੇ ਸਿੱਖੀ ਧਾਰਨ ਕਰੋਗੇ ਤੇ ਹੁਣੇ ਪੁੱਤਰ ਜਿਉਂਦਾ ਕਰ ਦਿੰਦੇ ਹਾਂ। ਸਾਧ ਸੰਗਤ, ਸਭ ਤੋਂ ਪਹਿਲਾਂ ਰਾਜੇ ਨੇ ਆ ਕਰਕੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ। ਕਹਿਣ ਲੱਗੇ, ਭਾਈ ਸਿੱਖਾ, ਮੈਂ ਆਪ ਦੀ ਸਿੱਖੀ ਧਾਰਨ ਕਰਾਂਗਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸ਼ਰਧਾਲੂ ਬਣ ਕਰਕੇ ਰਹਾਂਗਾ, ਜੀਵਨ ਭਰ ਮੈਂ ਸ਼ਰਧਾ ਭਾਵਨਾ ਧਾਰਨ ਕਰਕੇ ਰੱਖਾਂਗਾ, ਸਿੱਖੀ ਕਮਾਵਾਂਗਾ, ਪਰ ਮੇਰੇ ਪੁੱਤਰ ਨੂੰ ਜਿਉਂਦਾ ਕਰ ਦੇਵੋ।
ਸਾਧ ਸੰਗਤ ਉਸ ਸਮੇਂ ਰੋਣਾ ਕਰਲਾਉਣਾ ਹਟਾ ਕੇ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਣਾ ਸ਼ੁਰੂ ਕਰ ਦਿੱਤਾ। ਸਤਨਾਮ ਦਾ ਜਾਪ ਸਾਰੇ ਜਦੋਂ ਕਰਨ ਲੱਗ ਪਏ ਤੇ ਫਿਰ ਉਸ ਸਮੇਂ ਜੋ ਰੁਮਾਲ ਸਤਿਗੁਰਾਂ ਨੇ ਦਿੱਤਾ ਸੀ ਨਾ, ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ, ਉਸ ਰੁਮਾਲ ਨੂੰ ਜਲ ਦੇ ਵਿੱਚ ਭਿਉਂ ਕੇ ਇੱਕ ਕੰਨੀ ਤੋਂ ਉਹ ਰਾਜੇ ਦੇ ਪੁੱਤਰ ਦੇ ਮਰੇ ਹੋਏ ਦੇ ਮੁਖ ਦੇ ਵਿੱਚ ਪਾਇਆ। ਸਤਨਾਮ ਦਾ ਜਦੋਂ ਜਾਪ ਬੋਲਿਆ ਨਾ, ਕੰਨਾਂ ਵਿੱਚ ਆਵਾਜ਼ ਪਈ ਤੇ ਜਿਵੇਂ ਮਰੇ ਹੋਏ ਨੂੰ ਸੰਜੀਵਨੀ ਬੂਟੀ ਪ੍ਰਾਪਤ ਹੋ ਗਈ ਹੋਵੇ, ਉਸੇ ਸਮੇਂ ਪੁੱਤਰ ਰਾਜੇ ਦਾ ਉੱਠ ਕੇ ਬੈਠ ਗਿਆ। ਫਿਰ ਸਿੱਖੀ ਧਾਰਨ ਕੀਤੀ। ਹਰੀਪੁਰ ਦੇ ਸਭ ਨੇ ਸਿੱਖੀ ਧਾਰਨ ਕਰਨ ਲਈ, ਜਿੰਨੇ ਵੀ ਰਾਜੇ ਦੇ ਪਰਜਾ ਦੇ ਲੋਕ ਸਨ। ਇਉਂ ਜੋ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਮੰਨਦੇ ਆ ਨਾ, ਸਤਿਗੁਰੂ ਜੀ ਕਹਿੰਦੇ ਹੁਕਮੀ ਹੋਵਨ ਆਕਾਰ, ਉਹਨਾਂ ਦੇ ਅਨੁਸਾਰ ਫਿਰ ਸਾਰੀ ਸ੍ਰਿਸ਼ਟੀ ਚੱਲਣ ਲੱਗ ਪੈਂਦੀ ਹੈ। ਜਿੰਨੇ ਵੀ ਆਕਾਰ ਹਨ, ਇਹ ਤਾਂ ਚੇਤਨ ਸੀ ਨਾ ਰਾਜੇ ਦਾ ਪੁੱਤਰ, ਤੇ ਜੜ ਵੀ ਸਾਧ ਸੰਗਤ ਜੀ ਉਹਨਾਂ ਦੀ ਰਜ਼ਾ ਵਿੱਚ ਚੱਲਦੇ ਆ, ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੱਤ ਕਰਕੇ ਮੰਨਦੇ ਆ। ਜਦੋਂ ਬਾਬਾ ਰਾਮ ਰਾਏ ਜੀ ਦਿੱਲੀ ਚੱਲੇ ਸਨ ਔਰੰਗਜ਼ੇਬ ਦੇ ਕੋਲ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਰਾਜ ਸਾਹਿਬ ਜੀ ਨੇ ਇਹ ਬਚਨ ਕੀਤੇ ਸਨ, ਸਾਹਿਬਜ਼ਾਦਾ ਜੀ ਤੁਹਾਡੀ ਰਸਨਾ ਤੇ ਅਸੀਂ ਵਸਾਂਗੇ, ਜੋ ਵੀ ਮੁਖ ਤੋਂ ਬਚਨ ਕਰੋਗੇ ਨਾ ਪੂਰਾ ਹੋਵੇਗਾ। ਤੇ ਸਤ ਬਚਨ ਤਾਂ ਕਹਿ ਦਿੱਤਾ। ਪਾਲਕੀ ਤਿਆਰ ਕੀਤੀ ਗਈ ਤੇ ਸਾਧ ਸੰਗਤ ਜੀ ਅਜੇ ਨਾ ਤਾਂ ਕੁਹਾਰ ਨੇੜੇ ਸਨ ਤੇ ਨਾ ਹੀ ਸਾਧ ਸੰਗਤ ਜੀ ਘੋੜੇ ਉਹ ਪਾਲਕੀ ਦੇ ਨਾਲ ਲਿਆ ਕਰਕੇ ਖੜੇ ਕੀਤੇ ਸਨ। ਮਨ ਦੇ ਵਿੱਚ ਫੁਰਨਾ ਕੀਤਾ ਕਿ ਸਤਿਗੁਰਾਂ ਨੇ ਬਚਨ ਦਾ ਕਰ ਦਿੱਤਾ, ਪਰਖ ਕਰਕੇ ਵੀ ਦੇਖ ਲਈਏ, ਉੱਥੇ ਜਾ ਕਰਕੇ ਬਾਦਸ਼ਾਹ ਦੇ ਕੋਲ ਜਾ ਕੇ ਕਿਤੇ ਮੇਰੀ ਹੇਠੀ ਨਾ ਹੋ ਜਾਵੇ, ਮੇਰੀ ਬੇਇੱਜ਼ਤੀ ਨਾ ਕਿਤੇ ਹੋ ਜਾਵੇ, ਪਰਖ ਤਾਂ ਲਈਏ ਸ਼ਕਤੀ ਨੂੰ। ਸਤਿਗੁਰਾਂ ਨੇ ਬਚਨ ਤਾਂ ਕਰ ਦਿੱਤਾ। ਜਦੋਂ ਸਾਧ ਸੰਗਤ ਜੀ ਸੰਕਲਪ ਕੀਤਾ ਕਿ ਬਿਨਾਂ ਘੋੜੇ ਇਹ ਕੁਹਾਰਾਂ ਤੋਂ, ਬਿਨਾਂ ਤੋਂ ਇਹ ਕਹਿੰਦੇ ਇਹ ਜਿਹੜੀ ਪਾਲਕੀ ਹੈ ਚੱਲਣੀ ਕਰੇ, ਸੰਕਲਪ ਕੀਤਾ ਤੇ ਜਿਵੇਂ ਬੜੀ ਤੇਜ਼ੀ ਦੇ ਨਾਲ ਬਲ ਲਾ ਕਰਕੇ ਘੋੜੇ ਪਾਲਕੀ ਨੂੰ ਦੌੜਾ ਕੇ ਲੈ ਕੇ ਜਾਂਦੀ, ਇੱਦਾਂ ਬਿਨਾਂ ਕੁਹਾਰਾਂ ਤੇ ਘੋੜਿਆਂ ਨੂੰ ਪਾਲਕੀ ਦੌੜ ਕਰਕੇ ਅੱਗੇ ਚਲੀ ਗਈ। ਫਿਰ ਸੰਕਲਪ ਕੀਤਾ ਕਿ ਆਪਣੀ ਥਾਂ ਤੇ ਆ ਜਾਵੇ। ਫਿਰ ਪਾਲਕੀ ਉੱਥੇ ਆ ਗਈ ਤੇ ਮਨ ਵਿੱਚ ਬੜੀ ਪ੍ਰਸੰਨਤਾ ਧਾਰਨ ਕੀਤੀ। ਪਰ ਕੋਈ ਸਿੱਖਾਂ ਨੇ ਅਚਰਜ ਖੇਲ ਦੇਖ ਕੇ ਸਤਿਗੁਰੂ ਜੀ ਨੂੰ ਦੱਸਿਆ ਤੇ ਹਜ਼ੂਰ ਨੇ ਬਚਨ ਕੀਤਾ, ਸਾਹਿਬਜ਼ਾਦਾ ਜੀ ਸਾਡੇ ਬਚਨਾਂ ਤੇ ਭਰੋਸਾ ਨਹੀਂ। ਤੇ ਕਹਿਣ ਲੱਗੇ ਮਹਾਰਾਜ ਭਰੋਸਾ ਹੋ ਗਿਆ ਮਹਾਰਾਜ, ਹੁਣ ਤਾਂ ਪੂਰਾ ਪਰਪੱਕ ਭਰੋਸਾ ਆ ਗਿਆ ਹੈ। ਫਿਰ ਸਾਧ ਸੰਗਤ ਜੀ ਇਉਂ ਜਿਹੜੇ ਜੜ ਹਨ ਉਹ ਵੀ ਆਕਾਰ ਹੈ, ਤਾਂ ਆਕਾਰ ਹੀ ਹੈ ਨਾ ਪਾਲਕੀ ਦਾ, ਉਹ ਵੀ ਹੁਕਮ ਦੇ ਵਿੱਚ ਆ ਜਾਂਦੇ ਹਨ। ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਸਤ ਕਰਕੇ ਮੰਨਦੇ ਹਨ। ਹੁਕਮ ਨਾ ਕਹਿਆ ਜਾਈ, ਉਹ ਬ੍ਰਹਮ ਗਿਆਨ ਦੀ ਅਵਸਥਾ ਵਾਲੇ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਹੁਕਮ ਨੂੰ, ਭਾਵ ਹੁਕਮ ਨਾ ਕਹਿਆ ਜਾਈ, ਉਹਨਾਂ ਦੀ ਵਡਿਆਈ ਨੂੰ, ਉਹਨਾਂ ਦੇ ਆਤਮਿਕ ਬਲ ਨੂੰ ਕੋਈ ਕਥਨ ਨਹੀਂ ਕਰ ਸਕਦਾ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਹੁਕਮੀ ਹੋਵਨ ਜੀ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤਨੇ ਵੀ ਜਗਤ ਦੇ ਜੀਵ ਹੈ ਨਾ, ਇਹ ਜੋ ਹੁਕਮ ਮੰਨਣ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ, ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗੁਰਮੁਖ ਪਿਆਰੇ ਜੋ ਬ੍ਰਹਮ ਗਿਆਨੀ ਹੈ, ਹੁਕਮੀ ਹੋਵਨ ਜੀ। ਸਾਰੇ ਛੋਟੇ ਵੱਡੇ ਆਕਾਰਾਂ ਦੇ ਜਿਹੜੇ ਜੀਵ ਹੈ, ਸਾਰੇ ਉਹਨਾਂ ਦੇ ਅਨੁਸਾਰ ਹੀ ਹੋ ਜਾਂਦੇ ਹਨ। ਹੁਕਮ ਮਿਲੈ ਵਡਿਆਈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ ਜਾਣਦੇ ਆ ਕਿ ਜਗਤ ਅੰਦਰ ਜਿਤਨੀ ਵੀ ਵਡਿਆਈ ਮਿਲਦੀ ਪਰਮਾਤਮਾ ਦੇ ਹੁਕਮ ਕਰਕੇ ਹੈ। ਹੁਕਮ ਮਿਲੈ ਵਡਿਆਈ, ਜਿਨ੍ਹਾਂ ਦੇ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ, ਉਹਨਾਂ ਨੂੰ ਲੋਕ ਪਰਲੋਕ ਦੇ ਵਿੱਚ ਵਡਿਆਈ ਪ੍ਰਾਪਤ ਹੋਈ ਹੈ। ਇਸ ਲੋਕ ਵਿੱਚ ਜਗ ਦੀ ਵੀ ਸੋਭਾ ਉਹਨਾਂ ਦੀ ਹੁੰਦੀ ਹੈ ਤੇ ਸਤ ਸੰਗਤ ਜੀ ਪਰਲੋਕ ਵਿੱਚ ਵਾਹਿਗੁਰੂ ਦੇ ਸਰੂਪ ਰੂਪੀ ਵਡਿਆਈ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਹੈ। ਇਹੀ ਪੰਕਤੀ ਪੜੋ। ਹੁਕਮੀ ਹੋਵਨ ਜੀ। ਔਰ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਜਿਤਨੇ ਵੀ ਪੈਦਾ ਕੀਤੇ ਹੋਏ ਵਾਹਿਗੁਰੂ ਦੇ ਜੀਵ ਹਨ, ਭਾਵੇਂ ਕੋਈ ਪਸ਼ੂ ਹਨ ਚਾਹੇ ਪਰਿੰਦੇ ਹੈ, ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਮਿਲਦੀ ਹੈ। ਕਹਿੰਦੇ ਜਦੋਂ ਇੱਥੇ ਹਜ਼ੂਰ ਸਾਹਿਬ ਦੀ ਧਰਤੀ ਤੇ ਆਏ ਨਾ, ਲੰਮੇਰਾ ਸਮਾਂ ਇੱਥੇ ਬੰਦਗੀ ਕੀਤੀ ਮਹਾਂਪੁਰਖਾਂ ਨੇ, ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ।
ਲੰਮੇਰਾ ਸਮਾਂ ਇੱਥੇ ਬੰਦਗੀ ਕਰਕੇ ਜਦੋਂ ਵਾਪਸ ਪੰਜਾਬ ਨੂੰ ਗਏ ਤੇ ਪੈਦਲ ਚੱਲ ਕੇ ਗਏ ਨੇ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਹੋਇਆਂ ਜੀਵਨ ਦੇ ਵਿੱਚ ਉਹਨਾਂ ਦੇ ਘਟਨਾ ਮਿਲਦੀ। ਕਹਿੰਦੇ ਕਿ ਜੰਗਲ ਦੇ ਵਿੱਚੋਂ ਲੰਘਦੇ ਪਏ ਸਨ ਤੇ ਬੜਾ ਹੀ ਭਿਆਨਕ ਸ਼ੇਰ ਉੱਥੋਂ ਸਾਧ ਸੰਗਤ ਜੀ ਸਾਹਮਣੇ ਆਇਆ। ਖੂੰਖਾਰ ਸ਼ੇਰ। ਸ਼ੇਰ ਦਾ ਸੁਭਾਅ ਤਾਮਸੀ ਸੁਭਾਅ ਹੈ ਕਿ ਮਨੁੱਖ ਨੂੰ ਸਾਹਮਣੇ ਦੇਖ ਕਰਕੇ ਤੇ ਸਾਧ ਸੰਗਤ ਜੀ ਝਪਟ ਮਾਰ ਕਰਕੇ ਸਾਧ ਸੰਗਤ ਉਹਦੇ ਤੇ ਹਮਲਾ ਕਰ ਦਿੰਦਾ, ਉਹਨੂੰ ਝਪਟ ਮਾਰ ਕਰਕੇ ਖਾ ਜਾਂਦਾ, ਲੌਂਦਰਾਂ ਦੇ ਨਾਲ ਪਾੜ ਕਰਕੇ ਜੀਵ ਨੂੰ ਖਾ ਜਾਂਦਾ। ਇਹ ਸ਼ੇਰ ਦਾ ਤਾਮਸੀ ਸੁਭਾਅ ਹੈ। ਪਰ ਹਜੂਰ ਦੇ ਬਚਨ ਆਉਂਦੇ ਆ ਨਾ, ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਖੀਤਾ। ਉਹ ਬਿੱਲੀ ਦੀ ਤਰ੍ਹਾਂ ਸਾਧ ਸੰਗਤ ਜੀ ਉਹ ਵੀ ਡਰ ਧਾਰਨ ਕਰ ਲੈਂਦਾ, ਭਾਵੇਂ ਖੂੰਖਾਰ ਤਾਮਸੀ ਸੁਭਾਅ ਵਾਲਾ ਸ਼ੇਰ ਵੀ ਕਿਉਂ ਨਾ ਹੋਵੇ ਸਾਂ। ਰੱਬ ਦੇ ਪਿਆਰਿਆਂ ਅੱਗੇ ਉਹ ਵੀ ਝੁਕ ਜਾਂਦਾ ਹੈ। ਤੇ ਮਹਾਂਪੁਰਖਾਂ ਨੇ ਜਦੋਂ ਸਾਹਮਣੇ ਆਇਆ ਨਾ, ਸਾਧ ਸੰਗਤ ਅੱਖਾਂ ਦੇ ਵਿੱਚ ਅੱਖਾਂ ਪਾ ਕਰਕੇ ਨੇਤਰ ਭਰ ਕੇ ਜਦੋਂ ਦੇਖਿਆ ਤੇ ਬਿੱਲੀ ਦੀ ਤਰ੍ਹਾਂ ਡਰਦਾ ਹੋਇਆ ਸ਼ੇਰ ਪਿੱਛੇ ਨੂੰ ਭੱਜ ਉੱਠਿਆ ਸੀਗਾ। ਔਰ ਇਉਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਹੁਕਮੀ ਹੋਵਨ ਜੀ। ਜੋ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਦੇ, ਜੀਵ ਸੰਸਾਰ ਦੇ ਪਸ਼ੂ ਪਰਿੰਦੇ ਵੀ ਉਹਨਾਂ ਦੇ ਅਧੀਨ ਹੋ ਜਾਂਦੇ ਹਨ। ਹੁਕਮ ਮਿਲੈ ਵਡਿਆਈ। ਔਰ ਵਾਹਿਗੁਰੂ ਦੇ ਸਰੂਪ ਰੂਪੀ ਵਡਿਆਈ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਗਈ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਹੈ। ਹੁਕਮੀ ਉੱਤਮ ਨੀਚ। ਸਾਧ ਸੰਗਤ ਤੇ ਵਾਹਿਗੁਰੂ ਦੇ ਹੁਕਮ ਮੰਨਣ ਵਾਲਿਆਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਕਿਹੜੇ ਜੀਵ ਸੰਸਾਰ ਦੇ ਉੱਤਮਤਾਈ ਨੂੰ ਪ੍ਰਾਪਤ ਹੁੰਦੇ ਆ, ਕਿਹੜੇ ਨੀਚਤਾਈ ਨੂੰ ਕਨਿਸ਼ਟਤਾਈ ਨੂੰ ਪ੍ਰਾਪਤ ਹੁੰਦੇ ਹਨ। ਇਹ ਬੰਦਗੀ ਕਰਨ ਵਾਲਿਆਂ ਨੇ ਸਾਧ ਸੰਗਤ ਨਿਸ਼ਚੈ ਕਰਕੇ ਜਾਣਿਆ ਹੈ। ਨਹੀਂ ਤਾਂ ਮਨਮੁਖ ਜੀਵਾਂ ਦਾ ਸੁਭਾਅ ਹੁੰਦਾ ਹੈ, ਆਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ। 4 ਦਿਨ ਮੌਜ ਮਸਤੀ ਕਰ ਲਓ, ਅੱਗਾ ਕਿੰਨੇ ਵੇਖਿਆ। ਇਸ ਸੰਸਾਰ ਦੀ ਐਸ਼ੋ ਆਰਾਮ ਕਰ ਲਈਏ, ਰੰਗਾ ਰੰਗਾ ਦੀ ਦੁਨੀਆ ਦੇਖ ਲਈਏ, ਵਿਸ਼ੇ ਸੁੱਖਾਂ ਨੂੰ ਭੋਗ ਲਈਏ, ਦੁਨੀਆ ਦੇ ਸੁੱਖ ਆਰਾਮ ਮਾਣ ਲਈਏ, ਅੱਗਾ ਕਿਹੜਾ ਕਿੰਨੇ ਵੇਖਿਆ। ਇਹ ਤਾਂ ਐਵੇਂ ਮੁੱਖ ਦੀਆਂ ਹੀ ਗੱਲਾਂ ਨੇ। ਇਹ ਨਾਸਤਿਕਤਾ ਵਾਲਾ ਸਾਧ ਸੰਗਤ ਜੀ ਸੁਭਾਅ ਹੈ। ਮਨਮੁਖਾਂ ਦੀਆਂ ਇਹ ਗੱਲਾਂ ਵਿਚਾਰਾਂ ਨੇ, ਇਉਂ ਬੋਲਦੇ ਹੈ। ਪਰ ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਹੈ, ਪਰਮੇਸ਼ਰ ਦੇ ਭਾਣੇ ਨੂੰ ਨਿਸ਼ਚੈ ਕਰਕੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਇਆ, ਉਹਨਾਂ ਨੇ ਜਾਣਿਆ ਹੈ ਕਿ ਕਿਹਨਾਂ ਨੂੰ ਸਾਧ ਸੰਗਤ ਜੀ ਉੱਤਮਤਾਈ ਪ੍ਰਾਪਤ ਹੁੰਦੀ ਹੈ, ਕਿਹਨਾਂ ਨੂੰ ਨੀਚਤਾਈ ਦੀ ਪ੍ਰਾਪਤੀ ਹੁੰਦੀ ਹੈ। ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ, ਹੁਕਮੀ ਉੱਤਮ ਨੀਚ। ਜੋ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਐ ਸਾਧ ਸੰਗਤ ਜੀ, ਉਹ ਭਾਵੇਂ ਨੀਚਤਾਈ ਨੀਤ ਜਾਰ ਦੇ ਵਿੱਚ ਵੀ ਜਨਮੇ ਹੋਣ, ਉਹਨਾਂ ਭਾਵੇਂ ਜੀਵਨ ਪਰ ਨੀਚ ਕਰਮ ਕੀਤੇ ਹੋਣ, ਪਰ ਜੇ ਸਤਿਗੁਰੂ ਜੀ ਦੇ ਬਚਨ ਨੂੰ ਸਤ ਕਰਕੇ ਮੰਨ ਲੈਣ, ਉਹ ਵੀ ਉੱਤਮ ਬਣ ਜਾਂਦੇ ਹਨ। ਉਹ ਸਾਧ ਸੰਗਤ ਜੀ ਉੱਤਮਤਾਈ ਨੂੰ, ਵਾਹਿਗੁਰੂ ਦੇ ਉੱਤਮ ਸ੍ਰੇਸ਼ਟ ਸਰੂਪ ਨੂੰ ਪ੍ਰਾਪਤ ਹੋ ਜਾਂਦੇ ਐ। ਜਿਵੇਂ ਸਾਧ ਸੰਗਤ ਜੀ ਮੇਰੇ ਧਾੜਵੀ ਦੀ ਮੁਕਤੀ ਹੋ ਗਈ ਸੀ ਨਾ, ਔਰ ਇਹਦਾ ਅਰਥ ਇਹ ਵੀ ਇੱਦਾਂ ਵੀ ਬਣਦਾ ਹੈ, ਹੁਕਮੀ ਉੱਤਮ ਨੀਚ। ਕਹਿੰਦੇ ਹਨ ਜਿਹੜੇ ਉੱਤਮ ਅਸਥਾਨ ਤੇ ਰਹਿੰਦੇ ਆ ਨਾ, ਭਾਵੇਂ ਗੁਰੂ ਘਰ ਹੈ, ਸਤਿਗੁਰੂ ਜੀ ਦੇ ਕੋਲ ਵੀ ਭਾਵੇਂ ਕੋਈ ਗੁਰਸਿੱਖ ਰਹਿੰਦੇ ਆ, ਪਰ ਜੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਹੁਕਮ ਨਹੀਂ ਨਾ ਮੰਨਦੇ, ਉਹ ਨੀਚਤਾਈ ਨੂੰ ਪ੍ਰਾਪਤ ਹੁੰਦੇ ਆ, ਅਧੋਗਤੀ ਨੂੰ ਜਾ ਕੇ ਪ੍ਰਾਪਤ ਹੁੰਦੇ ਆ, ਉਹਨਾਂ ਦੀ ਮੁਕਤੀ ਨਹੀਂ ਹੁੰਦੀ। ਤੇ ਸਤਿਗੁਰੂ ਜੀ ਦਾ ਹੁਕਮ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ, ਬੰਦਗੀ ਕਰਨੀ, ਸੇਵਾ ਸਿਮਰਨ ਕਰਕੇ ਹੀ ਜੀਵਨ ਨੂੰ ਕਰਤਾਰਥ ਕੀਤਾ ਜਾ ਸਕਦਾ ਹੈ। ਇਹ ਸਤਿਗੁਰੂ ਜੀ ਦਾ ਹੁਕਮ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਉੱਤਮ ਅਸਥਾਨ ਤੇ ਰਹਿ ਕੇ, ਉੱਤਮ ਸਤਿਗੁਰਾਂ ਦੇ ਕੋਲ ਰਹਿ ਕੇ ਵੀ, ਉੱਤਮ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਰਹਿ ਕੇ ਵੀ ਜੋ ਨਾਮ ਨਹੀਂ ਜਪਦੇ, ਹਜੂਰ ਕਹਿੰਦੇ ਹਨ ਉਹ ਅਧੋਗਤੀ ਨੂੰ ਪ੍ਰਾਪਤ ਹੋ ਜਾਂਦੇ ਹੈ। ਜਿਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਖਡੂਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਸਾਧ ਸੰਗਤ ਇੱਕ ਭੇਖਧਾਰੀ ਖੀਰ ਖਾਣਾ ਸਿੱਖ ਰਹਿੰਦਾ ਸੀ ਨਾ ਗੁਰੂ ਘਰ ਦੇ ਵਿੱਚ। ਉਹ ਨਾ ਤਾਂ ਸੇਵਾ ਕਰਦਾ ਹੁੰਦਾ ਸੀ, ਨਾ ਸਿਮਰਨ ਕਰਦਾ ਸੀ। ਕਿੰਨੇ ਮਹਾਨ ਉੱਚ ਅਸਥਾਨ ਤੇ ਸਤਿਗੁਰੂ ਜੀ ਦੇ ਉੱਤਮ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿੰਦਾ ਸੀ, ਪਰ ਫਿਰ ਵੀ ਮੁਕਤ ਨਹੀਂ ਸੀ ਹੋ ਸਕਿਆ। ਇਤਿਹਾਸ ਅੰਦਰ ਜੇਕਰ ਆਉਂਦਾ ਹੈ, ਗਰੀਬ ਨਵਾਜ ਸਤਿਗੁਰਾਂ ਦੇ ਪਿਆਰੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਹੋਰ ਸੰਗਤਾਂ ਨੇ ਮਿਲ ਕੇ ਸਿੱਖ ਨੂੰ ਸਮਝਾਵਣਾ,
ਬਾਬਾ ਬੁੱਢਾ ਜੀ ਨੇ ਕਿਹਾ ਕਰਨਾ ਕਿ ਭਾਈ ਸਿੱਖਾ, ਇਹ ਜੀਵਨ ਜੋ ਤੈਨੂੰ ਮਿਲਿਆ ਨਾ ਬੜਾ ਅਮੋਲਕ ਹੈ। ਸੇਵਾ ਸਿਮਰਨ ਕਰਕੇ, ਭਜਨ ਟਹਿਲ ਕਰਕੇ ਇਹਨੂੰ ਸਫਲਾ ਕਰ ਲੈ। ਅੰਤ ਸਮੇਂ ਇਹ ਸਰੀਰ ਨੇ ਸਾਰ ਥੋੜਾ ਤੇੜਾ ਦੇਣਾ। ਹਰ ਵੇਲੇ ਲੰਗਰ ਪ੍ਰਸ਼ਾਦ ਛਕ ਕੇ ਤੇ ਸੁੱਤਾ ਰਹਿੰਦਾ ਹੈ। ਤੇ ਅੱਗੋਂ ਬਣਾ ਸਵਾਰ ਕੇ ਕਹਿੰਦਾ, ਮੈਂ ਤੁਹਾਡੇ ਜੱਟਾਂ ਦੇ ਆਖੇ ਨਹੀਂ ਲੱਗਣਾ। ਜੇ ਸਤਿਗੁਰੂ ਜੀ ਮੈਨੂੰ ਆਖਣਗੇ ਤਾਂ ਹੀ ਮੈਂ ਕੋਈ ਸੇਵਾ ਕਰਾਂਗਾ, ਮੈਂ ਤੁਹਾਡੇ ਨਹੀਂ ਆਖੇ ਲੱਗਣਾ। ਬਾਬਾ ਬੁੱਢਾ ਜੀ ਨਿਮਰਤਾ ਦੇ ਪੁੰਜ ਚੁੱਭਤਾ ਧਾਰਨ ਕਰਕੇ ਕੁਝ ਨਾ ਅੱਗੋਂ ਆਖਿਆ। ਇੱਕ ਦਿਨ ਸੁਤੇ ਸਿੱਧ ਹੀ ਸਾਧ ਸੰਗਤ ਜੀ ਜਦੋਂ ਲੰਗਰ ਦੀ ਪੰਗਤ ਲੱਗਣ ਲੱਗੀ ਨਾ, ਜਿਸ ਕਮਰੇ ਦੇ ਅੰਦਰ ਦਰਵਾਜ਼ਾ ਬੰਦ ਕਰਕੇ ਉਹ ਭੇਖਧਾਰੀ ਸਿੱਖ ਸੁੱਤਾ ਰਹਿੰਦਾ ਸੀਗਾ, ਖੀਰ ਖਾਣਾ ਸਿੱਖ ਸੁੱਤਾ ਰਹਿੰਦਾ ਸੀ ਨਾ, ਖਾ ਕਰਕੇ ਤੇ ਘਰਾੜੇ ਮਾਰਦੇ ਰਹਿਣਾ ਦਰਵਾਜ਼ਾ ਬੰਦ ਕਰਕੇ। ਤੇ ਉਹ ਸੁਤੇ ਸਿੱਧ ਇੱਕ ਦਿਨ ਜਦੋਂ ਪੰਗਤ ਲੱਗੀ, ਉੱਚੀ ਜਦੋਂ ਆਵਾਜ਼ ਟਲ ਖੜਕਿਆ ਪੰਗਰ ਦਾ, ਲੰਗਰ ਦੇ ਪੰਗਰ ਦਾ ਜਦੋਂ ਆਵਾਜ਼ ਆਈ, ਤੇ ਉਹ ਸਮੇਂ ਜਦੋਂ ਕਾਹਲੀ ਦੇ ਨਾਲ ਦਰਵਾਜ਼ਾ ਖੋਲ ਕੇ ਬਾਹਰ ਆਇਆ ਤੇ ਸਤਿਗੁਰੂ ਜੀ ਨੂੰ ਸਾਹਮਣੇ ਦੇਖਿਆ। ਫਿਰ ਨਮਸਕਾਰ ਕਰਨੀ ਹੀ ਪਈ ਸ਼ਰਮਿੰਦਿਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ, ਭਾਈ ਸਿੱਖਾ ਤੂੰ ਕੀ ਕਰਦਾ ਹੁੰਨਾ? ਕਿੰਨਾ ਕੁ ਸਮਾਂ ਹੋ ਗਿਆ ਗੁਰੂ ਘਰ ਰਹਿੰਦੇ ਆ? ਕਹਿਣ ਲੱਗਾ, ਜੀ ਮੈਨੂੰ 6 ਮਹੀਨੇ ਹੋ ਗਏ ਪਰ ਮੈਂ ਕੋਈ ਸੇਵਾ ਸਿਮਰਨ ਨਹੀਂ ਕਰਦਾ। ਇਹ ਸਤਿਗੁਰੂ ਜੀ, ਆਪ ਜੀ ਦੇ ਸਿੱਖਾਂ ਨੇ ਮੈਨੂੰ ਕਿਹਾ ਸੀ, ਬਾਬਾ ਬੁੱਢਾ ਸਾਹਿਬ ਜੀ ਨੇ, ਹੋਰ ਵੀ ਸੰਗਤਾਂ ਨੇ, ਪਰ ਮੈਂ ਕਿਹਾ ਕਿ ਜੋ ਸਤਿਗੁਰੂ ਜੀ ਸੇਵਾ ਕਰਾਉਣਗੇ ਉਹੋ ਹੀ ਮੈਂ ਕਰਾਂਗਾ। ਜਦੋਂ ਇਉਂ ਕਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੇਰੀ ਤੋਂ ਅਸੀਂ ਹੁਣ ਸੇਵਾ ਕੀ ਕਰਵਾਈਏ? ਤੇਰੀ ਤਾਂ ਉਮਰ ਹੀ ਕੇਵਲ 8 ਪਹਿਰ ਬਾਕੀ ਰਹਿ ਗਈ ਹੈ, ਤੇਰੇ ਤੋਂ ਸੇਵਾ ਅਸੀਂ ਕੀ ਕਰਵਾ ਸਕਦੇ ਹਾਂ? ਤੇ ਕਹਿਣ ਲੱਗਾ, ਮਹਾਰਾਜ ਆਪ ਜੀ ਕਿਰਪਾ ਕਰ ਦੇਵੋ, ਕੋਈ ਤਾਂ ਮਹਾਰਾਜ ਤੰਗ ਹੋਵੇਗਾ ਹੀ, ਜਿਸ ਕਰਕੇ ਮੇਰਾ ਜੀਵਨ ਕਰਤਾਰਤ ਹੋ ਜਾਵੇ। ਸਤਿਗੁਰੂ ਜੀ ਕਹਿੰਦੇ, ਜੇ ਸਾਡਾ ਬਚਨ ਮੰਨ ਲਵੇਂਗਾ ਤੇ ਫਿਰ ਤੂੰ ਮੁਕਤ ਹੋ ਜਾਵੇਂਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਤੇਰੀ ਕਲਿਆਣ ਕਰ ਦੇਣਗੇ। ਹਜੂਰ ਨੇ ਬਚਨ ਕੀਤਾ, ਜੰਗਲ ਵਿੱਚ ਚਲਿਆ ਜਾ, ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾ ਕੇ ਅੱਗ ਬਾਲ ਕੇ ਤੇ ਵਿੱਚ ਸੜ ਕੇ ਮਰ ਜਾ, ਗੁਰੂ ਨਾਨਕ ਦੇਵ ਪਾਤਸ਼ਾਹ ਤੇਰੀ ਕਲਿਆਣ ਕਰ ਦੇਣਗੇ। ਪਰ ਸਾਧ ਸੰਗਤ ਜੀ, ਸਤਿਗੁਰਾਂ ਦੇ ਸਾਹਮਣੇ ਤਾਂ ਭਾਵੇਂ 7 ਵਚਨ ਕਹਿ ਕੇ ਆ ਗਿਆ, ਪਰ ਸਿਦਕ ਤਾਂ ਕੱਚਾ ਸੀਗਾ, ਕੱਚਾ ਸੀ ਸਿਦਕ, ਤਾਂ ਫਿਰ ਪੂਰਾ ਨਹੀਂ ਨਿਭ ਸਕਿਆ। ਆ ਕੇ ਚਿਖਾ ਬਣਾਈ, ਅੱਗ ਬਾਲ ਕੇ ਤੇ ਉਹਦੇ ਦੁਆਲੇ ਦੁਆਲੇ ਪਰਿਕਰਮਾ ਕਰੀ ਜਾਂਦਾ। ਜਿਉਂਦੇ ਜੀ ਸੜਨੇ ਨੂੰ ਚਿੱਤ ਕਰਦਾ ਹੀ ਨਾ, ਸਿਦਕ ਕੱਚਾ ਸੀ, ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਨਹੀਂ ਸੀਗਾ। ਇਸ ਲਈ ਜਦੋਂ ਪਰਿਕਰਮਾ ਕਰੀ ਜਾਂਦਾ ਤੇ ਇੰਨੇ ਸਮੇਂ ਨੂੰ ਮੇਰਾ ਧਾੜ ਵੀ ਡਾਕੇ ਮਾਰਦਾ ਸੀਗਾ, ਚੋਰੀਆਂ ਕਰਦਾ ਸੀਗਾ, ਭਾਵੇਂ ਨੀਚ ਕਰਮ ਕਰਦਾ ਸੀ, ਬੁਰੇ ਕਰਮ ਕਰਦਾ ਸੀ, ਐਸੇ ਭੈੜੇ ਕਰਮ ਕਰਦਾ ਸੀ। ਪਰ ਸਾਧ ਸੰਗਤ ਜਦੋਂ ਬੰਦੇ ਦੇ ਭਾਗ ਜਾਗਦੇ ਆ ਨਾ, ਉਹ ਨੀਚ ਵੀ ਸਾਧ ਸੰਗਤ ਜੀ ਉੱਤਮਤਾਈ ਨੂੰ ਪ੍ਰਾਪਤ ਹੋ ਜਾਂਦੇ ਆ। ਕੋਈ ਨਾ ਕੋਈ ਉਦੋਂ ਵਿਧ ਬਣ ਜਾਂਦੀ ਹੈ, ਕੋਈ ਬਹਾਨਾ ਬਣ ਜਾਂਦਾ ਹੈ। ਮੇਰਾ ਧਾੜ ਵੀ ਆਇਆ, ਉਹਨੇ ਆਪਣੇ ਸਿਰ ਤੇ ਬਹੁਤ ਸਾਰੇ ਸੋਨੇ ਦੇ ਧਨ ਪਦਾਰਥਾਂ ਦੀ ਪੰਡ ਚੱਕੀ ਹੋਈ ਸੀਗੀ, ਚੋਰੀ ਕਰਕੇ ਲੈ ਕੇ ਆ ਰਿਹਾ ਸੀ। ਆ ਕੇ ਦੇਖਿਆ, ਕਹਿੰਦਾ ਕਿ ਮੈਨੂੰ ਤੇਰਾ ਸਰੂਪ ਤਾਂ ਸਿੱਖਾਂ ਵਾਲਾ ਲੱਗਦਾ, ਤੂੰ ਸਿੱਖ ਹੈ? ਕਹਿਣ ਲੱਗਾ, ਹਾਂ ਭਾਈ ਮੈਂ ਤਾਂ ਸਿੱਖ ਹੀ ਹਾਂ। ਤੇ ਫਿਰ ਇਹਦੇ ਦੁਆਲੇ ਪਰਿਕਰਮਾ ਕਿਉਂ ਕਰਦਾ ਪਿਆ ਚਿਖਾ ਬਣਾ ਕੇ? ਤੇ ਕਹਿਣ ਲੱਗਾ ਕਿ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਰਹਿੰਦਾ ਸੀ, ਗੁਰੂ ਘਰ ਵਿੱਚ ਬੜੇ ਪ੍ਰੇਮ ਦੇ ਨਾਲ ਤੇ ਬੜਾ ਸੁੱਖ ਮਾਣਦਾ ਸੀ, ਖੀਰ ਖਾਂਦਾ ਸੀ, ਲੰਗਰ ਪਕਵਾਨ ਛਕਦਾ ਸੀ। ਪਰ ਸਿੱਖਾਂ ਨੇ ਈਰਖਾ ਕਰਕੇ ਸਤਿਗੁਰੂ ਜੀ ਤੋਂ ਬਚਨ ਕਰਾ ਕੇ ਮੈਨੂੰ ਗੁਰੂ ਘਰ ਦੇ ਵਿੱਚੋਂ ਕਢਵਾ ਦਿੱਤਾ। ਹਾਲਾਂਕਿ ਕਿਸੇ ਵੀ ਸਿੱਖ ਨੇ ਕੋਈ ਇਹਦੇ ਪਰਥਾਈ ਨਹੀਂ ਸੀ ਸਤਿਗੁਰਾਂ ਨੂੰ ਬੇਨਤੀ ਕੀਤੀ, ਕੋਈ ਈਰਖਾ ਕਰਕੇ ਨਹੀਂ ਸੀ ਸਤਿਗੁਰਾਂ ਨੂੰ ਆਖਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਬਚਨ ਕੀਤੇ ਸਨ। ਤੇ ਕਹਿਣ ਲੱਗਾ ਕਿ ਹੁਣ ਇੱਥੇ ਕੀ ਕਰਦਾ? ਕਹਿੰਦਾ ਮੇਰੀ ਉਮਰ 8 ਪੈਰ ਰਹਿ ਗਈ ਹੈ, ਸਤਿਗੁਰਾਂ ਨੇ ਮੈਨੂੰ ਦੱਸਿਆ। ਤੇ ਕਹਿੰਦੇ ਜੇ ਤੂੰ ਚਿਖਾ ਵਿੱਚ ਸੜ ਕੇ ਆਪਣੇ ਸਰੀਰ ਨੂੰ ਭਸਮ ਕਰ ਦੇਵੇਂ ਕਿ ਤੇਰੀ ਕਲਿਆਣ ਕਰ ਦੇਵਾਂਗੇ, ਪਰ ਮੇਰੇ ਤੋਂ ਸੜਿਆ ਨਹੀਂ ਜਾਂਦਾ, ਜਿਉਂਦੇ ਜੀ ਕਿਵੇਂ ਸੜਾਂ? ਸਾਧ ਸੰਗਤ, ਮੇਰੇ ਧਾੜਵੀ ਦੇ ਪੂਰਬਲੇ ਭਾਗ ਜਾਗੇ। ਤੇ ਕਹਿਣ ਲੱਗਾ ਕਿ ਸੱਚ ਦੱਸੀ, ਤੈਨੂੰ ਸਤਿਗੁਰਾਂ ਨੇ ਇਹ ਬਚਨ ਕੀਤਾ ਹੈ? ਕਹਿੰਦਾ ਹਾਂ, ਭਰੋਸੇ ਕਰਕੇ ਕਹਿੰਦਾ ਮੈਂ, ਮੇਰੇ ਤੇ ਵਿਸ਼ਵਾਸ ਕਰ, ਮੈਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ, ਪਰ ਮੇਰੇ ਤੋਂ ਮੰਨਿਆ ਨਹੀਂ ਜਾ ਰਿਹਾ। ਸਾਧ ਸੰਗਤ, ਮੇਰਾ ਧਾੜ ਵੀ ਕਹਿੰਦਾ, ਜੇ ਦੁਨੀਆ ਦੇ ਸੁੱਖ ਭੋਗਣਾ ਚਾਹੁੰਦਾ ਤਾਂ ਲੈ, ਇਹ ਜਿੰਨੇ ਵੀ ਮੇਰੇ ਕੋਲ ਆ ਧਨ ਪਦਾਰਥ ਆ ਨਾ, ਗਹਿਣੇ ਆ, ਇਹ ਪੰਡ ਤੂੰ ਰੱਖ ਲੈ, ਭਾਵੇਂ ਜਿੰਨਾ ਚਿਰ ਮਰਜ਼ੀ ਖਾਂਦਾ ਰਹੀ, ਤੇਰੇ ਤੋਂ ਮੁੱਕਣੇ ਨਹੀਂ ਹੈ। ਪਰ ਸਤਿਗੁਰਾਂ ਦਾ ਕੀਤਾ ਹੋਇਆ ਬਚਨ ਔਰ ਅਰਦਾਸਾਂ ਮੈਨੂੰ ਕਰ ਦੇ,
ਉਹਦੇ ਬਦਲੇ ਮੈਂ ਤੈਨੂੰ ਧਨ ਪਤਾਰਥ ਦੇ ਦੇਣਾ। ਸਿਦਕ ਦਾ ਕੱਚਾ ਸੀ ਤੇ ਡੋਲ ਗਿਆ। ਕਹਿੰਦਾ ਠੀਕ ਹੈ, ਮੈਂ ਸਤਿਗੁਰੂ ਜੀ ਦਾ ਬਚਨ ਤੈਨੂੰ ਦਿੱਤਾ ਹੈ। ਤੇ ਸਾਧ ਸੰਗਤ ਜੀ, ਮਹਿਮਾ ਪ੍ਰਕਾਸ਼ ਗ੍ਰੰਥ ਅੰਦਰ ਜ਼ਿਕਰ ਆਉਂਦਾ ਹੈ, ਜਦੋਂ ਮੇਰਾ ਧਾੜ ਵੀ ਲਟ ਲਟ ਕਰਦੀ ਹੋਈ ਚਿਖਾ ਦੇ ਅੰਦਰ ਬੈਠਾ ਹੈ ਤੇ ਸਾਧ ਸੰਗਤ ਜੀ, ਇੱਕ ਰੋਮ ਵੀ ਉਹਦਾ ਸੜਿਆ ਨਾ। ਐਸੀ ਕਲਾ ਵਰਤੀ ਸਤਿਗੁਰੂ ਜੀ ਦਾ ਹੁਕਮ ਮੰਨਣੇ ਕਰਕੇ, ਇੱਕ ਰੋਮ ਵੀ ਉਹਦਾ ਸੜਿਆ ਨਹੀਂ ਸੀਗਾ। ਤੇ ਸਾਧ ਸੰਗਤ, ਇਉਂ ਵੀ ਜ਼ਿਕਰ ਆਉਂਦਾ ਹੈ, ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਇਵੇਂ ਜ਼ਿਕਰ ਆਉਂਦਾ ਹੈ, ਸੁਰਬੁਰ ਤੇ ਬਿਬਾਨ ਚੱਲ ਆਵਾ, ਸਾਦਰ ਕਹਿ ਕੇ ਤੁਰਤ ਚੜਾਵਾ। ਕਿ ਆਕਾਸ਼ ਤੋਂ ਬਿਬਾਨ ਆਇਆ ਤੇ ਦੇਵਤੇ ਮੇਰੇ ਧਾੜਵੀ ਦੀ ਆਤਮਾ ਨੂੰ ਲੈ ਕਰਕੇ ਗਏ ਆ। ਬੜੇ ਸਤਿਕਾਰ ਦੇ ਸਾਹਿਬ ਹੈ। ਤੇ ਮਹਿਮਾ ਪ੍ਰਕਾਸ਼ ਗ੍ਰੰਥ ਅੰਦਰ ਇਉਂ ਜ਼ਿਕਰ ਆਉਂਦਾ ਹੈ ਕਿ ਜੋ ਮੇਰਾ ਧਾੜਵੀ ਸੀ, ਚਿਖਾ ਦੀ ਜਦੋਂ ਲਟ ਲਟ ਕਰਦੀ ਹੋਈ ਅੱਗ ਬਲਦੀ ਹੋਈ ਹਟ ਗਈ ਤੇ ਉਹ ਸੜਿਆ ਨਹੀਂ ਸੀ। ਤੇ ਖਡੂਰ ਸਾਹਿਬ ਸਿੱਖਾਂ ਨੂੰ ਆ ਕੇ ਮਿਲਿਆ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ। ਫਿਰ ਕਹਿਣ ਲੱਗੇ, ਮਹਾਰਾਜ ਮੈਂ ਆਪ ਜੀ ਦੇ ਹੁਕਮ ਮੰਨਣੇ ਕਰਕੇ ਮਹਾਰਾਜ ਮੈਨੂੰ ਰੱਤਾ ਭਰ ਵੀ ਕੋਈ ਆਂਚ ਨਹੀਂ ਆਈ। ਮਹਾਰਾਜ ਲਟ ਲਟ ਕਰਦੇ ਹੋਏ ਅੱਗ ਮੈਨੂੰ ਸਾੜ ਨਹੀਂ ਸਕੀ ਤੇ ਕਿਰਪਾ ਕਰੋ ਮੈਨੂੰ ਹੁਣ ਆਪਣੀ ਸਿੱਖੀ ਦੀ ਦਾਤ ਬਖਸ਼ੋ। ਹਜ਼ੂਰ ਨੇ ਬਚਨ ਕੀਤਾ, ਚੋਰੀਆਂ ਜਾਰੀਆਂ ਇਹ ਛੱਡ ਦੇ। ਸਤਿਗੁਰੂ ਜੀ ਕਹਿੰਦੇ ਸਾਡਾ ਬਚਨ ਮੰਨ ਲੈ, ਫਿਰ ਸਿੱਖੀ ਧਾਰਨ ਕਰਵਾਵਾਂਗੇ। ਬਚਨ ਮੰਨ ਕੇ ਸਿੱਖੀ ਧਾਰਨ ਕਰਕੇ ਫਿਰ ਜੀਵਨ ਕਰਤਾਰਥ ਕਰ ਲਿਆ ਸੀਗਾ। ਤੇ ਇੰਨੇ ਸਮੇਂ ਨੂੰ ਪੁਲਿਸ ਵਾਲੇ ਪਿੱਛੇ ਆ ਰਹੇ ਸਨ ਮੇਰੇ ਧਾੜਵੀ ਨੂੰ ਲੱਭਦੇ ਹੋਏ। ਤੇ ਜੇਕਰ ਆਉਂਦਾ ਹੈ ਕਿ ਸਾਧ ਸੰਗਤ ਨੂੰ ਮੇਰਾ ਧਾੜਵੀ ਜਾਣ ਕੇ ਨਾ, ਭੇਖ ਧਾਰੀ ਸਿੱਖ ਨੂੰ, ਖੀਰ ਖਾਣ ਵਾਲੇ ਸਿੱਖ ਨੂੰ, ਕਿ ਇਹਦੇ ਕੋਲ ਹੀ ਸਾਰੇ ਧਨ ਪਦਾਰਥ ਇਹੋ ਹੀ ਚੋਰ ਹੈ। ਕੋਤਵਾਲ ਨੇ 8 ਪਹਿਰਾਂ ਦੇ ਅੰਦਰ ਅੰਦਰ ਫਾਹਾ ਦੇ ਕੇ ਮਾਰ ਦਿੱਤਾ ਸੀਗਾ। ਸਤਿਗੁਰਾਂ ਦਾ ਬਚਨ ਵੀ ਪੂਰਾ ਹੋਇਆ। ਤੇ ਜੋ ਸਾਧ ਸੰਗਤ ਗੁਰੂ ਘਰ ਉੱਤਮ ਅਸਥਾਨ ਦੇ ਵਿੱਚ ਰਹਿੰਦਾ ਸੀ, ਹਜ਼ੂਰ ਨੇ ਬਚਨ ਕੀਤਾ ਨਾ, ਹੁਕਮੀ ਉੱਤਮ ਨੀਚ, ਉਹ ਨੀਚਤਾਈ ਅਧੋਗਤੀ ਨੂੰ ਪ੍ਰਾਪਤ ਹੋਇਆ। ਫਾਹਾ ਦੇ ਕੇ ਮਾਰ ਦਿੱਤਾ ਸੀ ਕੋਤਵਾਲ ਨੇ। ਤੇ ਜਿਹੜਾ ਨੀਚ ਸੀਗਾ, ਨੀਚ ਕਰਮ ਕਰਨ ਵਾਲਾ, ਜੇ ਉਹਨੇ ਹੁਕਮ ਮੰਨ ਲਿਆ ਤੇ ਸਾਧ ਸੰਗਤ ਉਹਨੂੰ ਗਣ ਦੇਵਤੇ ਲੈਣ ਵਾਸਤੇ ਆਏ ਨੇ, ਬਿਬਾਨ ਚੱਲ ਕਰਕੇ ਆਏ ਲੈਣ ਵਾਸਤੇ ਸਤਿਕਾਰ ਦੇ ਵਜੋਂ। ਇਹ ਹੁਕਮ ਮੰਨਣ ਦੀ ਸ਼ਕਤੀ ਹੈ। ਇਸ ਲਈ ਪਾਤਸ਼ਾਹ ਕਹਿੰਦੇ ਉੱਤਮ ਜੀਵ ਵੀ ਸਾਧ ਸੰਗਤ ਜੀ ਨੀਚ ਬਣ ਜਾਂਦੇ ਜੋ ਸਤਿਗੁਰਾਂ ਦਾ ਹੁਕਮ ਨਹੀਂ ਮੰਨਦੇ। ਤੇ ਜੋ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਦੇ ਹੈ, ਉਹ ਸਾਧ ਸੰਗਤ ਜੀ ਨੀਚ ਵੀ ਭਾਵੇਂ ਕਰਮ ਕਰਦੇ ਆ, ਨੀਚ ਤਾਈ ਹਨ ਕਿ ਫਿਰ ਨੀਚ ਯਾਰ ਦੇ ਵਿੱਚ ਵੀ ਭਾਵੇਂ ਉਹਨਾਂ ਦਾ ਜਨਮ ਹੋਇਆ, ਪਰ ਵਾਹਿਗੁਰੂ ਦੀ ਰਜ਼ਾ ਨੂੰ ਮੰਨਣੇ ਕਰਕੇ ਉੱਤਮ ਹੋ ਜਾਂਦੇ ਹੈ। ਭਗਤ ਜਨਾਂ ਦੇ ਜੀਵਨ ਪੜ੍ਹ ਕੇ ਦੇਖ ਲਈਏ, ਸਾਧ ਸੰਗਤ ਜੀ ਨੀਵੀਆਂ ਜਾਤਾਂ ਵਿੱਚ ਭਾਵੇਂ ਜਨਮ ਹੋਇਆ, ਪਰ ਜਿੱਥੇ ਸਤਿਗੁਰੂ ਜੀ ਨੂੰ ਸਾਡਾ ਸੀਸ ਝੁਕਦਾ ਹੈ ਨਾ, ਹਰ ਸਮੇਂ ਨਮਸਕਾਰਾਂ ਕਰਦੇ ਆ, ਉੱਥੇ ਭਗਤ ਜਨਾਂ ਦੇ ਚਰਨਾਂ ਤੇ ਵੀ ਸਾਡਾ ਸੀਸ ਝੁਕਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਹੁਕਮ ਮੰਨਣਾ ਐਸੀ ਮਹਾਨ ਸ਼ਕਤੀ ਹੈ। ਹੁਕਮ ਲਿਖ ਦੁਖ ਸੁਖ ਪਾਈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਆ, ਭਾਵੇਂ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸਾਧ ਸੰਗਤ ਜੀ ਦੁੱਖ ਲਿਖੇ ਆ ਨਾ, ਪਰਮੇਸ਼ਰ ਨੇ ਦੁੱਖ ਲਿਖ ਕਰਕੇ ਪਾਏ ਆ, ਪਰ ਉਹ ਦੁੱਖ ਮਹਿਸੂਸ ਹੀ ਨਹੀਂ ਉਹਨਾਂ ਨੂੰ ਹੁੰਦਾ। ਉਹਨਾਂ ਗੁਰਮੁਖ ਪਿਆਰਿਆਂ ਨੂੰ ਸੁੱਖ ਕਰਕੇ ਉਹ ਸਾਧ ਸੰਗਤ ਜੀ ਜੀਵਨ ਦੇ ਵਿੱਚ ਹੰਢਾ ਲੈਂਦੇ ਆ। ਭਾਵੇਂ ਦੁੱਖ ਮਿਲਦਾ ਪਰ ਉਹ ਵੀ ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਹਨ। ਕਿਉਂਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਦਰਸਾਈ ਹੈ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ। ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਗੁਰੂ ਕੇ ਬਚਨ ਨੂੰ ਜੋ ਸਤ ਕਰਕੇ ਮੰਨ ਲੈਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਜੀਵਨ ਦੇ ਵਿੱਚ ਉਹਨਾਂ ਦੇ ਦੁੱਖ ਵੀ ਭਾਵੇਂ ਕਰਮਾਂ ਵਿੱਚ ਲਿਖਿਆ ਨਾ ਪਰਮਾਤਮਾ ਨੇ, ਪਰ ਫਿਰ ਵੀ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ। ਉਹ ਸਰੀਰ ਤੱਕ ਤਨ ਤੱਕ ਹੀ ਸੀਮਤ ਰਹਿ ਜਾਂਦੇ ਹੈ। ਮਨ ਤੇ ਆਤਮਿਕ ਦਰ ਤੇ ਉਹਨਾਂ ਨੂੰ ਰੱਤਾ ਭਰ ਵੀ ਕੋਈ ਅਸਰ ਨਹੀਂ ਪੈਂਦਾ। ਇਕ ਨਾ ਹੁਕਮੀ ਬਖਸ਼ੀਸ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ, ਪਰਮੇਸ਼ਰ ਨੇ ਉਹਨਾਂ ਤੇ ਐਸੀ ਮਹਾਨ ਬਖਸ਼ਿਸ਼ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸਰੂਪ ਦੀ ਪ੍ਰਾਪਤੀ ਕਰਵਾ ਦਿੱਤੀ ਹੈ। ਬ੍ਰਹਮ ਗਿਆਨ ਦੀ ਵਾਹਿਗੁਰੂ ਨੇ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਇੱਕ ਹੁਕਮੀ ਸਦਾ ਭਵਾਈ ਹੈ। ਤੇ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਹੁਕਮ ਨਹੀਂ ਨਾ ਮੰਨਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰਾਂ ਤੋਂ ਬੇਮੁਖ ਹੋ ਕੇ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਹੈ। ਪਰਮੇਸ਼ਰ ਨੇ ਉਹਨਾਂ ਨੂੰ 84 ਲੱਖ ਜੂਨਾਂ ਵਿੱਚ ਭਟਕਾਇਆ। ਪ੍ਰਤੱਖ ਵੀ ਦਰ ਦਰ ਤੇ ਗੋਡੇ ਟੇਕਦੇ ਫਿਰਦੇ ਹੈ, ਪਰ ਮਨ ਨੂੰ ਸਕੂਨ ਕਿਤੇ ਵੀ ਨਹੀਂ ਪ੍ਰਾਪਤ ਹੁੰਦਾ।
ਮਨ ਕਿਤੇ ਜਾ ਕੇ ਵੀ ਸ਼ਾਂਤ ਨਹੀਂ ਹੁੰਦਾ ਜੋ ਸਤਿਗੁਰੂ ਜੀ ਤੋਂ ਵਿਮੁਖ ਹੋ ਕੇ ਭਟਕਦਾ ਫਿਰਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਬਚਨ ਨਹੀਂ ਸੀ ਨਾ ਮੰਨਿਆ, ਮੂਲੇ ਖਾਤਰੀ ਨੇ ਸਤਿਗੁਰਾਂ ਦੇ ਬੇਮੁਖ ਹੋ ਗਿਆ ਸੀਗਾ, ਝੂਠ ਬੋਲ ਦਿੱਤਾ ਸੀ, ਇਸਤਰੀ ਪਿੱਛੇ ਲੱਗ ਕੇ। ਤੇ ਸਾਧ ਸੰਗਤ ਜੀ ਕਿੰਨਾ ਸਮਾਂ ਜੂਨਾਂ ਦੇ ਵਿੱਚ ਹੀ ਭਟਕਣਾ ਕੀਤਾ। ਜਦੋਂ ਮਰੇ ਹੋਏ ਨੂੰ ਨਗਰ ਦੇ ਲੋਕ ਚੁੱਕ ਕੇ ਲੈ ਆਏ ਸਤਿਗੁਰਾਂ ਦੇ ਕੋਲ ਤੇ ਬਾਰ-ਬਾਰ ਬੇਨਤੀਆਂ ਕਰਦੇ ਨੇ ਤੇ ਮਹਾਰਾਜ ਕਹਿੰਦੇ ਹੁਣ ਤਾਂ ਕੁਝ ਨਹੀਂ ਹੋ ਸਕਦਾ, ਪਰਮੇਸ਼ਰ ਦੀ ਇਹਨੂੰ ਮਾਰ ਪਈ ਹੈ, ਇਹ ਹੁਣ ਨਹੀਂ ਅਸੀਂ ਇਹਨੂੰ ਜਿਉਂਦਾ ਕਰਨਾ। ਤੇ ਸਾਧ ਸੰਗਤ ਜੀ ਫਿਰ ਵੀ ਬਾਰ-ਬਾਰ ਬੇਨਤੀਆਂ ਕਰਨ ਤੇ ਹਜੂਰ ਕਹਿੰਦੇ ਚਲੋ ਠੀਕ ਹੈ, ਭਾਵੇਂ ਮੁਰਦੇ ਨੂੰ ਸਾਡੇ ਕੋਲ ਲੈ ਕਰਕੇ ਆਏ, ਅੰਧ ਸਮੇਂ ਸਾਡੇ ਦੀਦਾਰ ਹੋਏ ਹੈ, ਇਹਦਾ ਭਲਾ ਜ਼ਰੂਰ ਕਰਾਂਗੇ, ਪਰ ਹੁਣ ਨਹੀਂ। 10ਵੇਂ ਜਾਮੇ ਦੇ ਵਿੱਚ ਸ਼ਿਕਾਰ ਘਾਟ ਸਾਹਿਬ ਆਪ ਨੇ ਦਰਸ਼ਨ ਕੀਤੇ ਨੇ ਪਵਿੱਤਰ ਅਸਥਾਨ ਤੇ। ਇੱਥੇ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਧਨਕ ਦੇ ਚਿੱਲੇ ਵਿੱਚ ਤੀਰ ਜੋੜ ਕਰਕੇ, ਤੀਰ ਮਾਰ ਕਰਕੇ ਸਾਹਿਬ ਦੀ ਜੂਨ ਵਿੱਚ ਪਾਏ ਹੋਏ ਨੂੰ ਮੂਲੇ ਖਾਤਰੀ ਨੂੰ ਉਧਾਰ ਕਰਨਾ ਕੀਤਾ ਸੀ। ਜਦੋਂ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਈਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਹੁਕਮੀ ਸਦਾ ਭਵਾਈਆ ਹੈ। ਉਹ ਫਿਰ ਬਾਰ-ਬਾਰ ਕਹਿੰਦੇ ਉਹਨਾਂ ਨੂੰ ਜੂਨਾਂ ਦੇ ਵਿੱਚ ਹੀ ਭਟਕਣਾ ਪੈਂਦਾ, ਬਾਰ-ਬਾਰ ਅਧੋਗਤੀ ਵਿੱਚ ਭਟਕਣਾ ਪੈਂਦਾ ਜੇ ਸਤਿਗੁਰਾਂ ਤੋਂ ਬੇਮੁਖ ਹੋ ਜਾਂਦੇ ਹਾਂ। ਹਜੂਰ ਦੇ ਫਰਮਾਨ ਆਉਂਦੇ ਆ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇਸ ਲਈ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਸਾਨੂੰ ਹੁਕਮ ਮੰਨਣਾ ਚਾਹੀਦਾ ਹੈ, ਸਤਿਗੁਰਾਂ ਦੇ ਬਚਨਾਂ ਨੂੰ ਸੱਤ ਕਰਕੇ ਮੰਨਣਾ ਚਾਹੀਦਾ ਹੈ। ਹੁਕਮ ਹੈ ਅੰਦਰ ਸਭ ਕੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਹੁਕਮ ਮੰਨਿਆ ਸਾਰੀ ਸ੍ਰਿਸ਼ਟੀ ਉਹਨਾਂ ਦੇ ਅਨੁਸਾਰ ਹੋ ਗਈ ਹੈ। ਹੁਕਮ ਹੈ ਅੰਦਰ ਸਭ ਕੋ, ਉਹਨਾਂ ਦੇ ਸਾਧ ਸੰਗਤ ਜੀ ਅੰਦਰ ਸਾਰੀਆਂ ਦੇਵੀ ਸ਼ਕਤੀਆਂ ਆ ਗਈਆਂ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਮੰਨਿਆ ਹੈ। ਜਿਨ੍ਹਾਂ ਬ੍ਰਹਮ ਗਿਆਨ ਦੀ ਅਵਸਥਾ ਵਾਲਿਆਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਇੱਕ ਇੱਕ ਬਚਨ ਨੂੰ ਨਿਸ਼ਚੈ ਕਰਕੇ ਜੀਵਨ ਦੇ ਵਿੱਚ ਕਮਾਇਆ ਹੈ। ਬਾਹਰ ਹੁਕਮ ਨਾ ਕੋਏ, ਹਜੂਰ ਕਹਿੰਦੇ ਹਨ ਉਹ ਫਿਰ ਨਿਸ਼ਚੈ ਕਰਕੇ ਗੁਰਮੁਖ ਪਿਆਰੇ ਜਾਣਦੇ ਆ ਕਿ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਕੋਈ ਨਹੀਂ ਹੈ। ਬਾਹਰ ਹੁਕਮ ਨਾ ਕੋਏ, ਤੇ ਉਹਨਾਂ ਦੀ ਆਗਿਆ ਮੰਨਣ ਤੋਂ ਵੀ ਕੋਈ ਅਲੱਹਦਾ ਨਹੀਂ ਚੱਲਦਾ। ਜਿਵੇਂ ਹੁਕਮ ਕਰਦੇ ਹੈ ਸਾਧ ਸੰਗਤ ਜੀ ਤਿਵੇਂ ਹੀ ਸੰਸਾਰ ਦੇ ਅੰਦਰ ਵਰਤਦਾ ਹੈ। ਜਿਵੇਂ ਉਹ ਗੁਰਮੁਖ ਪਿਆਰੇ ਪ੍ਰੇਮਾ ਭਗਤੀ ਕਰਨ ਵਾਲੇ ਵਾਹਿਗੁਰੂ ਨੂੰ ਸਾਧ ਸੰਗਤ ਜੀ ਆਪਣੇ ਵਸ ਵਿੱਚ ਕਰ ਲੈਂਦੇ ਹਨ, ਪ੍ਰੇਮ ਰੂਪੀ ਡੋਰ ਦੇ ਨਾਲ ਬੰਨ੍ਹ ਲੈਂਦੇ ਹੈ। ਜਿਵੇਂ ਫਿਰ ਸੰਸਾਰ ਦੇ ਅੰਦਰ ਚਾਹਣ ਉਸੇ ਤਰ੍ਹਾਂ ਹੀ ਕਰਵਾ ਲੈਂਦੇ ਹਨ। ਨਾਨਕ ਹੁਕਮੈ ਜੇ ਬੁੱਝੈ। ਸਮਾਪਤੀ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰਦੇ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਿਆ ਹੈ, ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨ ਲਿਆ ਹੈ, ਤਾ ਹਉਮੈ ਕਹਿ ਨਾ ਕੋਏ। ਉਹ ਫਿਰ ਬੰਦਗੀ ਕਰਨ ਵਾਲੇ ਮਹਾਂਪੁਰਖ ਕਦਾ ਚਿੱਤ ਵੀ ਹਉਮੈ ਦੇ ਸਹਿਤ ਨਹੀਂ ਕੋਈ ਵੀ ਬੋਲ ਬੋਲਦੇ। ਜੋ ਵੀ ਬੋਲਦੇ ਹਨ ਵਾਹਿਗੁਰੂ ਦੇ ਨਾਮ ਬਾਣੀ ਦਾ ਹੀ ਬਚਨ ਕਰਦੇ ਹਨ। ਪਰਮੇਸ਼ਰ ਦਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨ ਦਾ ਹੀ ਉਹ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਮਹਾਂਪੁਰਖ ਬਚਨ ਕਰਦੇ ਹੈ। ਕਦੇ ਨਹੀਂ ਅਜਿਹਾ ਬੋਲ ਬੋਲਦੇ ਜਿਹਦੇ ਕਰਕੇ ਜਿਸ ਵਿੱਚ ਉਹਨਾਂ ਦੀ ਆਪਣਤ ਹੋਵੇ, ਜਿਸ ਵਿੱਚ ਮੈਂ ਮੇਰੀ ਹੋਵੇ, ਜਿਸ ਵਿੱਚ ਮੇਰ ਤੇਰ ਹੋਵੇ। ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਹੀ ਕਰਦੇ ਹੈ। ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਆਪ ਮੰਨਦੇ ਹੈ, ਆਪ ਨਾਮ ਜਪਦੇ ਔਰ ਜਗਤ ਦੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਉਂਦੇ ਹੈ। ਐਸੇ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਜੋ ਸਤਿਗੁਰੂ ਜੀ ਦੇ ਹੁਕਮ ਨੂੰ ਸਤ ਕਰਕੇ ਮੰਨਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਅਵਸਥਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਉਹ ਗੁਰਮੁਖ ਪਿਆਰੇ ਨਿਰਹੰਕਾਰ ਜੀਵਨ ਨਿਰਵਾਹ ਕਰਦੇ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਔਰ ਜ਼ਰੂਰੀ ਬੇਨਤੀ ਹੈ ਸਾਧ ਸੰਗਤ ਜੀ,
ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਛਕਿਆ, ਜੋ ਅਜੇ ਵੀ ਨਿਗੁਰੇ ਹਨ, ਸਤਿਗੁਰੂ ਜੀ ਵਾਲੇ ਨਹੀਂ ਬਣੇ, ਬੇਨਤੀ ਹੈ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗੁਰੂ ਦੇ ਲੜ ਲੱਗੋ, ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਪੰਜਾਂ ਕਕਾਰਾਂ ਦੇ ਨਿਤਨੇਮ ਦੇ ਧਾਰਨੀ ਬਣ ਕੇ ਜੀਵਨ ਸਫਲਾ ਬਣਾਵੋ। ਬੇਨਤੀ ਪ੍ਰਵਾਨ ਕਰੋ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾ ਹਉਮੈ ਕਹੈ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।